ਧੰਨ ਵਾਹਿਗੁਰੂ ਸਾਹਿਬ ਜੀ। आओ जी तुम आओ हमारे, हर जस श्रवण सुनावना। तुध आवत मेरा मन तन हरिया, हर जस तुम संग गावना। जिनी ऐसा हर नाम ना चित्यो, से काहे जगवाए राम राजे। एह मानस जन्म दुलंभ है, नाम बिना बिरथा सब जाए। हुण वतै हर नाम ना बीजियो, अगै भुखा क्या खाए। मन मुखानो फिर जन्म है, नानक हर पाए। धन वाहिगुरु साहिब जी। कबीर साकत ते सूकर भला, राखै आछा गाँव। ओह साकत बपुरा मर गया, कोई नाल है नाऊ। कबीर साकत ते सूकर भला, राखै आछा गाँव। ओह साकत बपुरा मर गया, कोई नाल है नाऊ। परम सन्मानयोग जुग जुग अटल, चवर छतर ਸਿੰਘਾਸਨ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ। ਮੁਜਸਮਾ ਆ ਬੇਹਯਾਤ ਸਮੁੱਚੀ ਮਾਨਵਤਾ ਦੇ ਰਹਿਬਰ, ਵਾਲੀਏ ਕੋ ਲਾਲਮ ਖੰਡਾਂ ਬ੍ਰਹਮੰਡਾਂ ਦੇ ਮਾਲਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਦਾਤਾਰ ਸਤਿਗੁਰੂ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਜੁੜ ਬੈਠੇ
ਅਤੇ ਚੈਨਲ ਮੀਡੀਏ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਮੁਬਾਰਕ ਬਾਣੀ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤ ਸੰਗੀ ਜਨੋਂ ਵਡਭਾਗੇ ਹਾਂ। ਸਤਿਗੁਰੂ ਜੀ ਦੀ ਪਾਵਨ ਮੁਬਾਰਕ ਬਾਣੀ ਨਾਲ ਸਾਂਝ ਬਣਾ ਕੇ ਇਸ ਮਨੁੱਖਾ ਜੀਵਨ ਦੇ ਮਨੋਰਥ ਨੂੰ ਸਫਲਿਆਂ ਸਚਿਆਰਿਆਂ ਬਣਾਉਣ ਲਈ ਯਤਨਸ਼ੀਲ ਹਾਂ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ। ਸੰਧਿਆ ਸਮੇਂ ਦੇ ਇਨ੍ਹਾਂ ਪਾਵਨ ਸੱਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਜਿੱਥੇ ਆਪ ਜੀਆਂ ਨੇ ਦਾਸ ਤੋਂ ਪਹਿਲਾਂ ਸਤਿਕਾਰਯੋਗ ਭਾਈ ਹਰਭਜਨ ਸਿੰਘ ਜੀ ਕੇ ਕੀਰਤਨੀ ਜਥੇ ਦੇ ਪਾਸੋਂ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦੇ ਇਲਾਹੀ ਸ਼ਬਦ ਕੀਰਤਨ ਦੇ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਬਾਬਾ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਦਾ ਪਾਠ ਦਾਸ ਨੇ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਕੀ ਬਖਸ਼ਿਸ਼ ਰਹਿਮਤ ਸਾਡੇ ਜੀਵਾਂ ਤੇ ਕਰਦੇ ਨੇ। ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਕਲਗੀਧਰ ਹਜ਼ੂਰ ਅੰਮ੍ਰਿਤ ਕੇ ਦਾਤੇ ਬਾਦਸ਼ਾਹ ਦਰਵੇਸ਼ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਮੁਬਾਰਕ ਫਤਿਹ ਨਾਲ ਸਾਂਝ ਬਣਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਦਬ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਨਿਮਰਤਾ ਸਹਿਤ ਗੁਰ ਫਤਿਹ ਪ੍ਰਵਾਨੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਤੇ ਮਨਮੁਖ, ਸਾਕਤ ਤੇ ਭਗਤ, ਧਰਮੀ ਤੇ ਪਾਪੀ, ਇਹ ਦੋਵੇਂ ਕਿਸਮ ਦੀਆਂ ਬਿਰਤੀਆਂ ਦੇ ਮਨੁੱਖ ਜਿਹੜੇ ਨੇ ਇਸੇ ਹੀ ਅਕਾਲ ਪੁਰਖ ਵਾਹਿਗੁਰੂ ਦੀ ਪੈਦਾ ਹੋਈ ਕੁਦਰਤ ਵਿੱਚ ਜੰਮਦੇ, ਪਲਦੇ ਤੇ ਪ੍ਰਵਾਨ ਚੜ੍ਹਦੇ ਨੇ। ਇਸੇ ਹੀ ਕੁਦਰਤ ਵਿੱਚ ਮਨਮੁਖ ਜਨਮ ਲੈਂਦਾ ਹੈ ਤੇ ਜਨਮ ਲੈਣ ਤੋਂ ਬਾਅਦ ਇਸੇ ਹੀ ਕੁਦਰਤ ਵਿੱਚ ਸਾਹ ਲੈਂਦਾ, ਜੰਮਦਾ, ਪਲਦਾ ਤੇ ਪ੍ਰਵਾਨ ਚੜ੍ਹਦਾ ਤੇ ਆਪਣੇ ਜੀਵਨ ਨੂੰ ਭੋਗਦਾ ਹੈ। ਤੇ ਇਸੇ ਹੀ ਕੁਦਰਤ ਵਿੱਚ ਜਿੱਥੇ ਮਨਮੁਖ ਨੇ ਆਪਣਾ ਜੀਵਨ ਬਤੀਤ ਕੀਤਾ, ਗੁਰਮੁਖ ਵੀ ਜੰਮਦਾ, ਪਲਦਾ, ਸਾਹ ਲੈ ਕੇ ਪ੍ਰਵਾਨ ਚੜ੍ਹਦਾ ਤੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਯਾਨੀ ਕਿ ਕਹਿਣ ਤੋਂ ਭਾਵ ਕੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਇਸ ਸਿਰਜਣਾ ਦੇ ਵਿੱਚ ਹਰੇਕ ਕਿਸਮ ਨੇ ਜਨਮ ਲੈਣਾ ਤੇ ਜਨਮ ਲੈਣ ਤੋਂ ਬਾਅਦ ਆਪਣੇ ਜੀਵਨ ਨੂੰ ਭੋਗਣਾ, ਇਹ ਸਾਰਾ ਕੁਝ ਇਸੇ ਵਿੱਚ ਹੀ ਹੁੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਇਹਨਾਂ ਦੋਨਾਂ ਬਿਰਤੀਆਂ ਦਾ ਜ਼ਿਕਰ ਬਾਖੂਬੀ ਬੜੇ ਸੋਹਣੇ ਢੰਗ ਨਾਲ ਸਾਡੇ ਸਨਮੁਖ ਬਿਆਨ ਕਰਦੇ ਨੇ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਮਨਮੁਖ ਦੀ ਨਿਸ਼ਾਨਦੇਹੀ ਕਰਨਗੇ ਤੇ ਹਜ਼ੂਰ ਸੱਚੇ ਪਾਤਸ਼ਾਹ ਉਹਨੂੰ ਮਨਮੁਖ ਵੀ ਕਹਿਣਗੇ, ਅਗਿਆਨੀ ਵੀ ਕਹਿਣਗੇ, ਅੰਧਾ ਵੀ ਕਹਿਣਗੇ ਔਰ ਨਾਲ ਦੱਸਣਗੇ ਵੀ ਜਿਹੜਾ ਮਨੁੱਖ ਇਵੇਂ ਦਾ ਵਿਹਾਰ ਕਿਰਦਾਰ ਭੋਗਦਾ ਹੈ, ਇਵੇਂ ਦੇ ਕਰਮ ਬਣਾਉਂਦਾ, ਉਹ ਭਾਈ ਮਨਮੁਖ ਹੈ। ਗੁਰਮੁਖ ਦੀ ਗੱਲ ਕਰਦਿਆਂ, ਉਹਦੀ ਨਿਸ਼ਾਨਦੇਹੀ ਕਰਦਿਆਂ ਮਹਾਰਾਜ ਨੂੰ ਸੁਘੜ, ਸਿਆਣਾ, ਸੂਝਵਾਨ, ਬੜਾ ਦਾਨਾ, ਗੈਰ ਗੰਭੀਰ ਤੇ ਡੂੰਘੇ ਜਿਗਰੇ ਵਾਲਾ, ਇਹ ਸਾਰੀਆਂ ਨਿਸ਼ਾਨਦੇਹੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਮੁਖ ਦੇ ਬਾਬਤ ਕਰੇਗੀ। ਕੋਈ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਉਸ ਸਮੁੱਚੇ ਸ਼ਬਦ ਵਿੱਚ ਸਤਿਗੁਰੂ ਮਨਮੁਖ ਦੀ ਬਿਰਤੀ ਦਾ ਜ਼ਿਕਰ, ਉਹਦੇ ਕਰਮਾਂ ਤੇ ਵਿਹਾਰ ਦਾ ਜ਼ਿਕਰ, ਗੁਰਮੁਖ ਦਾ ਜ਼ਿਕਰ, ਉਹਦੀ ਬਿਰਤੀ ਤੇ ਉਹਦੇ ਵਿਹਾਰ ਦਾ ਜ਼ਿਕਰ ਕਰਨਗੇ ਤੇ ਫਿਰ ਅਖੀਰ ਵਿੱਚ ਓੜਕ ਨੂੰ ਮਹਾਰਾਜ ਕਹਿਣਗੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮਨਮੁਖ ਵੀ ਤੇ ਗੁਰਮੁਖ ਵੀ ਤੇਰੇ ਭਾਣੇ ਵਿੱਚ ਹੀ ਨੇ। ਫਿਰ ਅਸੀਂ ਇੱਕ ਅਜੀਬ ਕਿਸਮ ਦੀ ਗੁੰਝਲ ਵਿੱਚ ਪੈ ਜਾਂਦੇ ਹਾਂ, ਘੁੰਮਣ ਘੇਰੀ ਚ ਪੈ ਜਾਂਦੇ ਹਾਂ ਕਿ ਜੇ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੀ ਤੇ ਇੰਨੀ ਲੰਮੀ ਚੌੜੀ ਵਿਆਖਿਆ ਕਰਨ ਦੀ ਕੀ ਲੋੜ ਸੀ।
ਇਹ ਸਾਰਾ ਕੁਝ ਜੇ ਮਨਮੁਖ ਵੀ ਉਹਦੇ ਹੁਕਮ ਦੇ ਵਿੱਚ ਹੈ ਤੇ ਗੁਰਮੁਖ ਵੀ ਉਹਦੇ ਹੁਕਮ ਦੇ ਵਿੱਚ ਹੈ, ਤੇ ਫਿਰ ਇਹਨਾਂ ਦੇ ਬਾਰੇ ਦੱਸਣ ਦੀ ਲੋੜ, ਇਹਨਾਂ ਦੇ ਕਰਮਾਂ ਤੇ ਲੱਛਣਾਂ ਤੇ ਵਿਹਾਰ ਬਾਰੇ ਦੱਸਣ ਦੀ ਕੀ ਲੋੜ ਸੀ ਸਾਨੂੰ। ਦਰਅਸਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਆਪਣੀ ਚੱਲਦੀ ਹੋਈ ਡਿਬੇਟ ਨੂੰ ਕੁਰਾਏ ਨਹੀਂ ਪਾਉਣਾ ਚਾਹੁੰਦੇ। ਸਤਿਗੁਰੂ ਸਾਨੂੰ ਸਮਝਾਉਣਾ ਇਹ ਚਾਹੁੰਦੇ ਨੇ, ਭਾਈ ਪੈਦਾਇਸ਼ੀ ਜਨਮ ਕਰਕੇ ਨਾ ਕੋਈ ਮਨਮੁਖ ਹੈ ਤੇ ਨਾ ਕੋਈ ਗੁਰਮੁਖ ਹੈ। ਮਨਮੁਖ ਤੇ ਗੁਰਮੁਖ ਬੰਦਾ ਆਪਣੇ ਵਿਹਾਰ ਕਰਕੇ ਬਣਦਾ। ਮਾਂ ਦੇ ਉਦਰ ਤੋਂ ਨਾ ਕੋਈ ਸ਼ਹੀਦ ਜੰਮਦਾ, ਨਾ ਕੋਈ ਮਨਮੁਖ ਜੰਮਦਾ ਤੇ ਨਾ ਕੋਈ ਗੁਰਮੁਖ ਹੀ ਜੰਮਦਾ। ਸ਼ਹੀਦ, ਕੁਰਬਾਨੀਆਂ ਕਰਨ ਵਾਲੇ ਗੁਰਮੁਖ ਤੇ ਮਨਮੁਖ ਜਿਹੜੇ ਨੇ, ਚੰਗੇ ਤੇ ਵਿਹਾਰ ਦੇ ਮਾਲਕ ਜਿਹੜੇ ਨੇ, ਇਹ ਆਪਣੇ ਕਰਮਾਂ ਦੇ ਵਿਹਾਰ ਤੇ ਬਣਦੇ ਨੇ, ਜਨਮ ਦੇ ਵਿਹਾਰ ਤੇ ਨਹੀਂ ਬਣਦੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦੋਨਾਂ ਕਿਰਦਾਰਾਂ ਦੀ ਨਿਸ਼ਾਨਦੇਹੀ ਆਪਣੀ ਪਾਵਨ ਬਾਣੀ ਵਿੱਚ ਕਰਨਗੇ। ਇੱਕ ਨੁਕਤਾ ਇਹਦੇ ਨਾਲ ਹੋਰ ਸਮਝੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਸਾਨੂੰ ਇਸ ਪੱਖੋਂ ਵੀ ਸੁਚੇਤ ਕੀਤਾ, ਜ਼ਰੂਰੀ ਨਹੀਂ ਜਿਹੜਾ ਇਸ ਵੇਲੇ ਗੁਰਮੁਖਤਾਈ ਵਾਲਾ ਸਿਖਰ ਦਾ ਜੀਵਨ ਹੰਢਾਰਿਆ ਹੋਵੇ, ਬੜਾ ਨੇਕ ਅਮਲਾਂ ਵਾਲਾ ਹੋਵੇ, ਬੜੇ ਚੰਗੇ ਕਿਰਦਾਰ ਦਾ ਮਾਲਕ ਹੋਵੇ, ਜ਼ਰੂਰੀ ਨਹੀਂ ਉਹ ਕੱਲ ਨੂੰ ਵੀ ਚੰਗੇ ਕਿਰਦਾਰ ਦਾ ਹੀ ਮਾਲਕ ਰਹੇ। ਉਹ ਕੱਲ ਨੂੰ ਮਨਮੁਖ ਵੀ ਹੋ ਸਕਦਾ। ਤੇ ਜ਼ਰੂਰੀ ਨਹੀਂ ਜਿਹੜਾ ਅੱਜ ਮਨਮੁਖ ਹੈ, ਮਨਮੁਖਤਾਈ ਵਾਲਾ ਜੀਵਨ ਹੰਢਾਰਿਆ, ਮਾੜੇ ਵਿਕਾਰ ਤੇ ਮਾੜੇ ਜੀਵਨ ਨੂੰ ਹੰਢਾਰਿਆ ਭੋਗ ਰਿਹਾ, ਉਹ ਕੱਲ ਨੂੰ ਮਨ ਮਾੜਾ ਹੀ ਹੋਵੇ, ਉਹ ਕੱਲ ਨੂੰ ਗੁਰਮੁਖ ਵੀ ਹੋ ਸਕਦਾ। ਯਾਨੀ ਕਿ ਸੰਸਾਰ ਵਿੱਚ 100% ਨਾ ਕਿਸੇ ਨੂੰ ਆਪਣੇ ਗਲ ਨਾਲ ਲਾਇਆ ਜਾ ਸਕਦਾ ਤੇ ਨਾ ਕਿਸੇ ਨੂੰ ਧੱਕਾ ਦੇ ਕੇ ਸੁੱਟਿਆ ਜਾ ਸਕਦਾ। ਦੋਵੇਂ ਕੁਦਰਤੀ ਤਾਕਤਾਂ ਹਰ ਵੇਲੇ ਸਾਡੇ ਜੀਵਨ ਦੇ ਵਿੱਚ ਮੌਜੂਦ ਰਹਿੰਦੀਆਂ ਨੇ। ਇਸੇ ਨੂੰ ਬਾਬਾ ਕਬੀਰ ਸਾਹਿਬ ਨੇ ਆਖਿਆ ਨਾ, ਰੰਕ ਨਾ ਹਸੀਏ ਕੋਏ ਅਜੋਂ ਸੋ ਨਾਉ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ, ਕੀ ਪਤਾ ਕੀ ਹੋ ਜਾਣਾ। ਅਸੀਂ ਪਲ ਪਲ ਗਲਤੀਆਂ ਦੇ ਪੁਤਲੇ ਆ ਤੇ ਹਮੇਸ਼ਾ ਗਲਤੀਆਂ ਕਰਦੇ, ਮਾਣਦੇ ਤੇ ਹੰਡਾਉਂਦੇ ਆ। ਇਸੇ ਨੂੰ ਸਾਹਿਬ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਖਿਆ, ਮਾਟੀ ਕਾ ਕਿਆ ਧੋਪੇ ਸੁਆਮੀ ਮਾਨਸ ਕੀ ਗਤ। ਇਹੀ ਅਸੀਂ ਹਰ ਵੇਲੇ ਮਿੱਟੀ ਦੀ ਢੇਮ ਦੇ ਵਾਂਗ ਆ। ਕਿੰਨੀ ਕੁ ਧੋਣ ਦੀ ਕੋਸ਼ਿਸ਼ ਕਰੋਗੇ? ਜਿਹੜੀ ਹੈ ਹੀ ਮਿੱਟੀ ਨੂੰ ਧੋ ਕੇ ਤੁਸੀਂ ਆਖੋ ਮੈਂ ਸਾਫ਼ ਕਰਦਾ, ਚਿੱਟੀ ਨਿਕਲ ਆਵੇ, ਉਹਦਾ ਵਜੂਦ ਖਤਮ ਹੋ ਸਕਦਾ, ਉਹ ਖੁਰ ਸਕਦੀ ਏ, ਤਬਾਹ ਹੋ ਸਕਦੀ ਏ, ਉਹਦਾ ਵਜੂਦ ਛਿਣ ਭੰਗਰ ਹੋ ਸਕਦਾ, ਪਰ ਮਿੱਟੀ ਸਾਫ਼ ਨਹੀਂ ਹੋ ਸਕਦੀ। ਬਸ ਸਾਡੀ ਹਾਲਤ ਕੁਝ ਇਦਾਂ ਦੀ। ਇਸ ਕਰਕੇ ਦਾਅਵੇ ਨਹੀਂ ਕੀਤੇ ਜਾ ਸਕਦੇ। ਗੁਰਮੁਖ ਕਦੋਂ ਮਨਮੁਖ ਬਣ ਜਾਣ ਤੇ ਮਨਮੁਖ ਕਦੋਂ ਗੁਰਮੁਖ ਬਣ ਜਾਣ। ਸਤਿਗੁਰੂ ਇਸੇ ਕਰਕੇ ਇਸ ਗੁਰਮੁਖਤਾਈ ਵਾਲੇ ਸੁਭਾਅ ਨੂੰ, ਮਨਮੁਖਤਾਈ ਵਾਲੇ ਸੁਭਾਅ ਨੂੰ, ਸਾਕਤ ਨੂੰ ਤੇ ਭਗਤ ਨੂੰ, ਧਰਮੀ ਨੂੰ ਤੇ ਪਾਪੀ ਨੂੰ ਸਰੀਰ ਕਰਕੇ ਨਹੀਂ ਕਹਿੰਦੇ। ਟੈਗ ਨਹੀਂ ਲਾਉਂਦੇ ਵੀ ਆਹ ਭਾਈ ਫਲਾਣਾ ਬੰਦਾ ਮਨਮੁਖ ਹੈ ਤੇ ਫਲਾਣਾ ਬੰਦਾ ਗੁਰਮੁਖ ਹੈ, ਸਾਰੀ ਉਮਰ ਗੁਰਮੁਖ ਹੀ ਰਹੇਗਾ ਕਿਉਂਕਿ ਇਹ ਪੈਦਾਇਸ਼ੀ ਗੁਰਮੁਖ ਹੈ। ਹਰ ਚੀਜ਼ ਨੂੰ ਮਹਾਰਾਜ ਨੇ ਮਨੁੱਖ ਦੇ ਅਮਲ ਨਾਲ ਜੋੜਿਆ, ਹਰ ਚੀਜ਼ ਨੂੰ ਸੁਰਤ ਨਾਲ, ਅਮਲ ਨਾਲ ਜੋੜਿਆ। ਤੁਸੀਂ ਵੇਖੋ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਮੱਕੇ ਸ਼ਹਿਰ ਵਿੱਚ ਜਾਂਦੇ ਨੇ, ਕਾਬਾ ਸ਼ਰੀਫ ਦੇ ਵਿੱਚ, ਹਾਲਾਂਕਿ ਕਈ ਸੱਜਣਾ ਦਾ ਮਤ ਹੈ ਵੀ ਗੈਰ ਮਜ਼ਹਬ ਦਾ ਬੰਦਾ ਜਿਹੜਾ ਉਹ ਮੱਕੇ ਕਿਵੇਂ ਜਾ ਸਕਦਾ, ਪਰ ਵਿਚਾਰਵਾਨਾਂ ਨੇ ਇਸ ਗੱਲ ਨੂੰ ਸਪਸ਼ਟ ਕਰਦਿਆਂ ਆਖਿਆ ਵੀ ਉਹਨਾਂ ਸਮਿਆਂ ਦੇ ਵਿੱਚ 14ਵੀਂ 15ਵੀਂ ਸਦੀ ਦੇ ਵਿੱਚ ਗੈਰ ਮਜ਼ਹਬ ਦੇ ਲੋਕ ਵੀ ਮੱਕੇ ਦੇ ਵਿੱਚ ਜਾ ਸਕਦੇ ਸਨ। ਤੇ ਇਹਦੇ ਨਾਲ ਖਾਸ ਕਿਸਮ ਦੀ ਇੱਕ ਟੂਕ ਉਹਨਾਂ ਨੇ ਲਿਖੀ ਵੀ ਫਕੀਰਾਂ ਦੀ ਕੋਈ ਬਰਾਦਰੀ ਨਹੀਂ ਹੁੰਦੀ, ਫਕੀਰਾਂ ਦੀ ਕੋਈ ਜ਼ਾਤ ਨਹੀਂ ਹੁੰਦੀ, ਤੇ ਫਕੀਰ ਆਮ ਹੀ ਮੱਕੇ ਤੱਕ, ਕਾਬੇ ਦੇ ਅੰਦਰ ਤੱਕ ਪਹੁੰਚ ਜਾਇਆ ਕਰਦੇ ਸਨ ਕਿਉਂਕਿ ਉਹਨਾਂ ਨੂੰ ਕੋਈ ਬਰਾਦਰੀ ਨਹੀਂ ਸੀ ਪੁੱਛਦਾ ਕਿ ਤੁਸੀਂ ਕਿਹੜੀ ਬਰਾਦਰੀ ਨਾਲ ਤਾਲੁਕ ਰੱਖਦੇ ਹੋ, ਸੰਬੰਧ ਰੱਖਦੇ ਹੋ। ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਉੱਥੇ ਪਹੁੰਚੇ ਤੇ ਉਹਨਾਂ ਨੂੰ ਕਾਜ਼ੀਆਂ ਨੇ, ਹਾਜੀਆਂ ਨੇ, ਮੌਲਵੀਆਂ ਨੇ, ਮਲਾਣਿਆਂ ਨੇ ਇਕੱਠਿਆਂ ਹੋ ਕੇ ਪੁੱਛਣ ਫੋੜ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਸਤਿਗੁਰੂ ਨੇ ਕਿਸੇ ਦੇ ਪੱਖ 'ਚ ਵੋਟ ਨਹੀਂ ਪਾਈ, ਇੱਕ ਹੀ ਨਾਰਾ ਬੁਲੰਦ ਕੀਤਾ, ਬਾਬਾ ਆ ਕੇ ਹਾਜ਼ੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਏ। ਗੱਲ ਹੈ ਤੁਹਾਡੇ ਅਮਲ ਦੀ, ਗੱਲ ਹੈ ਤੁਹਾਡੇ ਕਿਰਦਾਰ ਦੀ। ਤੁਸੀਂ ਕਿੱਥੇ ਖਲੋਤੇ ਹੋਏ, ਤੁਸੀਂ ਸਟੈਂਡ ਕਿੱਥੇ ਕਰਦੇ ਹੋ। ਗੁਰੂ ਕਲਗੀਧਰ ਮਹਾਰਾਜ ਦੇ ਜੀਵਨ ਬਾਰੇ ਪੜ੍ਹਦੇ ਹਾਂ ਵੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਜਾਜੋ ਦੇ ਮੈਦਾਨ ਵਿੱਚ ਤਾਰਾ ਚੰਦ ਨਾਲ ਬਹਾਦਰ ਸ਼ਾਹ ਔਰੰਗਜ਼ੇਬ ਦੇ ਦੋਵਾਂ ਪੁੱਤਰਾਂ ਦੀ ਆਪਸ ਵਿੱਚ ਖਾਨਾ ਜੰਗੀ ਹੋਈ ਤੇ ਬਹਾਦਰ ਸ਼ਾਹ ਨੇ ਗੁਰੂ ਕਲਗੀਧਰ ਮਹਾਰਾਜ ਨੂੰ ਸੁਨੇਹਾ ਭੇਜਿਆ, ਮਹਾਰਾਜ ਸਾਡੀ ਮਦਦ ਇਮਦਾਦ ਕੀਤੀ ਜਾਏ। ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਨੇ ਬਖਸ਼ਿਸ਼ ਰੂਪ ਵਿੱਚ ਕੁਝ ਸਿੱਖ ਜਿਹੜੇ ਸਨ ਉਹ ਭੇਜੇ। ਤਾਰਾ ਚੰਦ ਮਾਰਿਆ ਗਿਆ ਤੇ ਬਹਾਦਰ ਸ਼ਾਹ ਨੇ ਉਸ ਮੁਹਿੰਮ ਨੂੰ ਜਿੱਤ ਲਿਆ, ਫਤਿਹ ਹਾਸਲ ਕੀਤੀ।
ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਦਾ ਮਾਣ ਸਨਮਾਨ ਕਰਨ ਵਾਸਤੇ ਉਹਨੇ ਗੁਰੂ ਕਲਗੀਧਰ ਮਹਾਰਾਜ ਨੂੰ ਆਪਣੀ ਅਸੈਂਬਲੀ ਵਿੱਚ ਸੱਦਿਆ। ਦੋ ਤਰ੍ਹਾਂ ਦੀਆਂ ਸਭਾਵਾਂ ਲੱਗਦੀਆਂ ਸਨ, ਜਿਵੇਂ ਅੱਜ ਲੋਕ ਸਭਾ ਤੇ ਵਿਧਾਨ ਸਭਾ ਹੈ, ਉਦੋਂ ਦੀਵਾਨੇ ਆਮ ਤੇ ਦੀਵਾਨੇ ਖਾਸ ਲੱਗਦੀਆਂ ਸਨ, ਗੁਰੂ ਸਾਹਿਬਾਨਾਂ ਦੇ ਵੀ ਤੇ ਰਾਜੇ ਬਾਦਸ਼ਾਹਾਂ ਦੇ ਦਰਬਾਰਾਂ ਦੇ ਵਿੱਚ ਵੀ। ਦੀਵਾਨੇ ਖਾਸ ਵਿੱਚ ਜਿਸ ਵੇਲੇ ਗੁਰੂ ਕਲਗੀਧਰ ਮਹਾਰਾਜ ਨੂੰ ਬੁਲਾਇਆ ਤੇ ਉੱਥੇ ਦੋ ਘਟਨਾਵਾਂ ਵੱਡੀਆਂ ਵਾਪਰੀਆਂ। ਪਹਿਲੀ ਤੇ ਸੀ ਕਿ ਗੁਰੂ ਕਲਗੀਧਰ ਮਹਾਰਾਜ ਦੀ ਕੁਰਸੀ, ਗੁਰੂ ਕਲਗੀਧਰ ਮਹਾਰਾਜ ਦਾ ਸਿੰਘਾਸਨ ਬਾਦਸ਼ਾਹ ਦੀ ਕੁਰਸੀ ਤੇ ਸਿੰਘਾਸਨ ਦੇ ਬਰਾਬਰ ਲਾਇਆ ਗਿਆ, ਜਿਹੜਾ ਕਿ ਮੁਸਲਮਾਨੀ ਸ਼ਰ੍ਹਾ ਦੇ ਮੁਤਾਬਕ ਉਹਨਾਂ ਦੇ ਪ੍ਰੋਟੋਕਾਲ ਦੇ ਖਿਲਾਫ ਹੈ। ਐਸਾ ਹੋ ਨਹੀਂ ਸਕਦਾ ਕਿ ਕਿਸੇ ਆਮ ਬੰਦੇ ਦੀ ਜਿਹੜੀ ਕੁਰਸੀ ਤਖਤ ਹੈ ਉਹ ਬਾਦਸ਼ਾਹ ਦੇ ਬਰਾਬਰ ਲੱਗੇ। ਦੂਜੀ ਉੱਥੇ ਵੱਡੀ ਗੱਲ ਇਹ ਹੋਈ, ਜਿਸ ਵੇਲੇ ਕਲਗੀਧਰ ਮਹਾਰਾਜ ਨੂੰ ਮਾਣ ਸਨਮਾਨ ਦੇਣ ਵਾਸਤੇ ਉਹਨ ਕੁਝ ਖਾਸ ਕਿਸਮ ਦਾ ਗਾਉਨ, ਕੁਝ ਖਿਲਤ ਤੇ ਹੋਰ ਚੀਜ਼ਾਂ ਜਿਹੜੀਆਂ ਸਨ, ਜਗ੍ਹਾ ਕਲਗੀ ਹੋ ਗਈ, ਗੁਰੂ ਕਲਗੀਧਰ ਮਹਾਰਾਜ ਨੂੰ ਭੇਟ ਕੀਤੀਆਂ। ਹਜ਼ੂਰ ਗੁਰੂ ਕਲਗੀਧਰ ਮਹਾਰਾਜ ਨੇ ਉਹਨਾਂ ਨੂੰ ਆਪਣੇ ਕਰ ਕਮਲਾਂ ਨਾਲ ਛੂਹਿਆ ਤੇ ਸੇਵਾਦਾਰ ਨੂੰ ਇਸ਼ਾਰਾ ਕੀਤਾ, ਸੇਵਾਦਾਰ ਉਹ ਥਾਲ ਬਾਹਰ ਲੈ ਕੇ ਚਲਾ ਗਿਆ। ਕੋਲ ਬੈਠੇ ਕਾਜ਼ੀਆਂ ਨੇ ਆਪਣੇ ਆਪਸ ਵਿੱਚ ਗੱਲਬਾਤ ਕੀਤੀ ਵੀ ਇਹ ਤੇ ਸਾਡੇ ਵਿਧਾਨ ਦੇ ਖਿਲਾਫ ਹੈ। ਬਹਾਦਰ ਸ਼ਾਹ ਨੂੰ ਉਹ ਕਹਿਣ ਲੱਗੇ, ਤੁਸੀਂ ਦੋ ਵੱਡੀਆਂ ਗਲਤੀਆਂ ਕੀਤੀਆਂ। ਪਹਿਲੀ ਗੱਲ ਤੇ ਵੀ ਤੁਸੀਂ ਗੋਬਿੰਦ ਸਿੰਘ ਦਾ ਤਖਤ ਜਿਹੜਾ ਸਿੰਘਾਸਨ ਹੈ ਆਪਣੇ ਬਰਾਬਰ ਲਾਇਆ, ਸਾਡੇ ਵਿਧਾਨ ਦੇ ਖਿਲਾਫ ਹੈ। ਤੇ ਜੇ ਇਹ ਗਲਤੀ ਕਰ ਹੀ ਲਈ ਸੀ, ਦੂਜੀ ਗਲਤੀ ਕਰਨ ਦੀ ਕੀ ਲੋੜ ਸੀ? ਵੀ ਬਹਾਦਰ ਸ਼ਾਹ ਬਾਦਸ਼ਾਹ ਵਕਤ ਦਾ ਜਿਹਨੂੰ ਖਿਲਤ ਦੇਵੇ, ਉਹਨੂੰ ਖਿਲਤ ਵਿੱਚੋਂ ਕੋਈ ਨਾ ਕੋਈ ਚੀਜ਼ ਬਾਦਸ਼ਾਹ ਦੇ ਸਾਹਮਣੇ ਉਹਦੇ ਮਾਣ ਸਨਮਾਨ ਨੂੰ ਬਰਕਰਾਰ ਰੱਖਦਿਆਂ ਪਹਿਨਣੀ ਪੈਂਦੀ ਹੈ। ਇਹਨਾਂ ਨੇ ਕੋਈ ਚੀਜ਼ ਪਹਿਨੀ ਨਹੀਂ। ਬਹਾਦਰ ਸ਼ਾਹ ਨੇ ਕਾਜ਼ੀਆਂ ਨੂੰ ਟੋਕਦਿਆਂ ਹੋਇਆਂ ਇਸ਼ਾਰਾ ਕਰਦਿਆਂ ਆਖਿਆ, ਸਾਡੀਆਂ ਮਰਿਆਦਾਵਾਂ ਤੇ ਸਾਡੇ ਰੂਲ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਲਾਗੂ ਨਹੀਂ ਹੁੰਦੇ। ਇਹ ਮਾਣ ਲੈਣ ਵਾਸਤੇ ਨਹੀਂ ਆਏ, ਅਸੀਂ ਇਹਨਾਂ ਨੂੰ ਉਚੇਜ ਕਰਕੇ ਬੁਲਾਇਆ, ਇਹ ਸਨਮਾਨ ਲੈਣ ਨਹੀਂ ਆਏ। ਕਾਜ਼ੀਆਂ ਦੇ ਕਹਿਣ ਦੇ ਉੱਤੇ ਬਹਾਦਰ ਸ਼ਾਹ ਨੇ ਗੁਰੂ ਕਲਗੀਧਰ ਮਹਾਰਾਜ ਨੂੰ ਸਵਾਲ ਕੀਤਾ, ਕਹਿਣ ਲੱਗੇ, ਜੀ ਮਜ਼ਹਬ ਤੁਮਾਰਾ ਖੂਬ ਕਿ ਹਮਾਰਾ ਖੂਬ? ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਨੇ ਉਹੀ ਕਾਣ, ਜਿਹੜੀ ਮਜ਼ਹਬਾਂ ਦੀ ਪਈ ਹੋਈ ਕਾਣ ਨੂੰ ਕਦੇ ਗੁਰੂ ਨਾਨਕ ਮਹਾਰਾਜ ਨੇ ਮੱਕੇ ਵਿੱਚ ਜਾ ਕੇ ਮਿਟਿਆ ਸੀ। ਹਜ਼ੂਰ ਗੁਰੂ ਕਲਗੀਧਰ ਮਹਾਰਾਜ ਮੁਖਾਤਬ ਹੋ ਕੇ ਕਹਿਣ ਲੱਗੇ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਮਜ਼ਹਬ ਨਾਲ ਕੀ ਫਰਕ ਪੈਂਦਾ? ਇਹ ਉਹ ਸਦੀਆਂ ਦੀ ਕਾਣ ਸੀ ਜਿਹੜੀ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਟੀ ਸੀ। ਐਸਾ ਕਦੇ ਵਾਪਰਿਆ ਨਹੀਂ ਸੀ ਸਮਾਜ ਵਿੱਚ, ਕਦੇ ਨਹੀਂ ਸੀ ਵਾਪਰਿਆ। ਗੁਰੂ ਕਲਗੀਧਰ ਮਹਾਰਾਜ ਨੇ ਮਜ਼ਹਬਾਂ ਦੀ ਇਸ ਕਾਣ ਨੂੰ, ਹਜ਼ੂਰ ਨੇ ਆਖਿਆ, ਕੀ ਫਰਕ ਪੈਂਦਾ ਮਜ਼ਹਬ ਕਿਹਦਾ ਵੱਡਾ ਤੇ ਕਿਹਦਾ ਛੋਟਾ? ਗੱਲ ਤੇ ਹੈ ਤੁਸੀਂ ਜੀਂਦੇ ਕਿਵੇਂ ਉਹਨੂੰ। ਜੇ ਤੁਹਾਨੂੰ ਜੀਣਾ ਹੀ ਨਹੀਂ ਆਉਂਦਾ ਤੇ ਮਜ਼ਹਬ ਭਾਵੇਂ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਮਜ਼ਹਬ ਮਹਾਨਤਾ ਨਹੀਂ। ਮਹਾਨਤਾ ਕਿਹੜੀ ਗੱਲ ਦੀ ਏ? ਉਸ ਮਜ਼ਹਬ ਦੇ ਵਿੱਚ ਪੈਦਾ ਹੋਏ ਲੋਕ ਉਹਨੂੰ ਜੀਂਦੇ ਕਿਵੇਂ ਨੇ। ਜਿਵੇਂ ਕੋਈ ਮਨੁੱਖ ਇਸ ਗੱਲ ਦਾ ਹੋਕਾ ਦੇਵੇ ਵੀ ਸਾਡੀ ਭਾਸ਼ਾ ਬੜੀ ਮਹਾਨ ਹੈ, ਸਾਡੀ ਜਿਹੜੀ ਮਾਂ ਬੋਲੀ ਹੈ, ਸਾਡੀ ਜਿਹੜੀ ਲੈਂਗੁਏਜ ਹੈ ਬੜੀ ਕੀਮਤੀ ਤੇ ਬੜੀ ਮਹਾਨ ਹੈ, ਸਾਰੀਆਂ ਭਾਸ਼ਾਵਾਂ ਦੇ ਵਿੱਚ ਉਪ ਬੋਲੀ ਹੈ ਸਾਡੀ, ਇਹ ਮਾਣ ਕਰਨ ਵਾਲੀ ਗੱਲ ਤੇ ਕਰਨਾ ਵੀ ਚਾਹੀਦਾ। ਪਰ ਜੇ ਮੈਂ ਉਸ ਭਾਸ਼ਾ ਦੇ ਵਿੱਚ ਕਿਸੇ ਨੂੰ ਗਾਲ ਹੀ ਕੱਢਣੀ ਹੈ ਤੇ ਮੇਰੇ ਵਾਸਤੇ ਉਹ ਮਹਾਨ ਹੋਵੇ ਤੇ ਭਾਵੇਂ ਨਾ ਹੋਵੇ, ਉਹਦੇ ਨਾਲ ਕੀ ਫਰਕ ਪੈਂਦਾ? ਮੈਂ ਕਿਸੇ ਨੂੰ ਜਾ ਕੇ ਦਾਅਵਾ ਕਰਾਂ ਵੀ ਮੇਰਾ ਜਿਹੜਾ ਸਿੱਖੀ ਕਲਚਰ ਵਿੱਚ ਜਿਹੜਾ ਪਹਿਰਾਵਾ ਨਾ ਬੜਾ ਕੀਮਤੀ ਪਹਿਰਾਵਾ ਹੈ ਸਾਡਾ, ਸਾਡੇ ਪਹਿਰਾਵੇ ਦੇ ਨਾਲ ਦਾ ਟ੍ਰੈਡੀਸ਼ਨਲ ਪਹਿਰਾਵਾ ਕਿਸੇ ਦਾ ਹੋ ਨਹੀਂ ਸਕਦਾ। ਪਰ ਜੇ ਉਸ ਪਹਿਰਾਵੇ ਥੱਲੇ ਮੈਂ ਆਪਣੇ ਪਾਪਾਂ ਨੂੰ ਢੱਕ ਕੇ ਹੀ ਰੱਖਣਾ ਤੇ ਪਹਿਰਾਵੇ ਦਾ ਲਾਭ ਕੀ? ਜੇ ਮੈਂ ਮੰਦੇ ਅਮਲ ਹੀ ਕਮਾਉਣੇ ਨੇ, ਜੇ ਮੈਂ ਆਪਣੇ ਗੁਨਾਹ ਹੀ ਢੱਕ ਕੇ ਰੱਖਣੇ ਨੇ, ਤੇ ਭਾਵੇਂ ਪਹਿਰਾਵਾ ਕਿੰਨਾ ਵੀ ਕੀਮਤੀ, ਉਹਦੇ ਨਾਲ ਕੀ ਫਰਕ ਪੈਂਦਾ? ਇਹ ਚੀਜ਼ਾਂ ਮਾਇਨਾ ਨਹੀਂ ਰੱਖ। ਮਾਇਨਾ ਕਿਹੜੀ ਚੀਜ਼ ਰੱਖਦੀ ਹੈ ਵੀ ਤੁਸੀਂ ਜੀਨੇ ਕੀ ਹੋ। ਹੁਣ ਭਾਸ਼ਾ ਬੜੀ ਕੀਮਤੀ ਹੋਵੇ, ਪਹਿਰਾਵਾ ਬੜਾ ਕੀਮਤੀ ਹੋਵੇ, ਮਜ਼ਹਬ ਬੜਾ ਕੀਮਤੀ ਹੋਵੇ, ਇਹਦਾ ਮਤਲਬ ਹੈ ਇਹ ਤੇ ਫਿਰ ਉਵੇਂ ਦੀ ਗੱਲ ਹੈ ਕਿ ਕਿਸੇ ਬੰਦੇ ਦੇ ਘਰ ਵਿੱਚ 36 ਕਿਸਮ ਦੇ ਪਕਵਾਨ ਬਣੇ ਹੋਣ ਤੇ ਰੋਟੀ ਉਹ ਗੁਆਂਢੀਆਂ ਘਰੋਂ ਮੰਗ ਕੇ ਖਾਂਦਾ ਹੋਵੇ, ਭੁੱਖਾ ਫਿਰ ਮਰਦਾ ਹੋਵੇ। ਕੋਈ ਬੰਦਾ ਪੇਸ਼ੇਵਰ ਰਾਜਾ ਹੋਵੇ, ਬਾਦਸ਼ਾਹ ਹੋਵੇ, ਤੇ ਪਾਟੀ ਪੁਰਾਣੀ ਗੋਦੜੀ ਪਾ ਕੇ ਤੇ ਚਰਾਏ ਚ ਬਹਿ ਕੇ ਭੀਖ ਮੰਗਦਾ ਹੋਵੇ ਤੇ ਉਹਨੂੰ ਆਪਣੇ ਰਾਜੇ ਹੋਣ ਦਾ ਕਿਆਸ ਹੀ ਨਾ ਹੋਵੇ। ਕਿਸੇ ਬੰਦੇ ਕੋਲ ਦੌਲਤ ਬਹੁਤ ਹੈ ਪਰ ਉਹ ਮੰਗ ਕੇ ਗੁਜ਼ਾਰਾ ਕਰਦਾ ਹੋਵੇ। ਇਸ ਕਰਕੇ ਜਿਹੜੀ ਚੀਜ਼ ਸਾਡੇ ਕੋਲ ਹੈ, ਇਹ ਸੋਚੋ ਅਸੀਂ ਉਹਨੂੰ ਜੀਣਾ ਕਿਵੇਂ, ਉਹਨੂੰ ਵਰਤਣਾ ਕਿਵੇਂ, ਉਹਨੂੰ ਹੰਡਾਉਣਾ ਕਿਵੇਂ। ਮਜ਼ਹਬ ਦੇ ਵਿੱਚ ਪੈਦਾ ਹੋਏ ਬੰਦੇ ਤੈਅ ਕਰਦੇ ਨੇ, ਡਿਸਾਈਡ ਕਰਦੇ ਨੇ ਵੀ ਇਹ ਮਜ਼ਹਬ ਮਹਾਨ ਹੋਏਗਾ ਕਿ ਮਜ਼ਹਬ ਨੂੰ ਅਸੀਂ ਨੀਵੇਂ ਬੰਨੇ ਲੈ ਕੇ ਜਾਣਾ। ਸੰਸਾਰ 'ਚ ਲੋਕ ਪਹਿਲਾਂ ਵੀ ਸਨ, ਹਰ ਮਜ਼ਹਬ ਦੇ ਵਿੱਚ ਚੰਗੇ ਲੋਕ ਨਹੀਂ ਹੁੰਦੇ ਤੇ ਹਰ ਮਜ਼ਹਬ ਦੇ ਵਿੱਚ ਮਾੜੇ ਲੋਕ ਵੀ ਨਹੀਂ ਹੁੰਦੇ। ਦੋਨੋਂ ਕਿਸਮਾਂ ਦੇ ਲੋਕ ਹਰ ਮਜ਼ਹਬ ਦੇ ਵਿੱਚ ਚੰਗੇ ਵੀ ਹੋਣਗੇ ਤੇ ਮਾੜੇ ਵੀ ਹੋਣਗੇ। ਜ਼ਰੂਰੀ ਨਹੀਂ ਵੀ ਇੱਕ ਜੇ ਮਜ਼ਹਬ ਉਹਨੂੰ ਆਪਾਂ ਕਹੀਏ ਵੀ ਚੰਗਾ ਹੈ ਤੇ ਸਾਰੇ ਲੋਕ ਚੰਗੇ ਹੀ ਹੋਣ, ਉਹਦੇ ਵਿੱਚ ਚੋਰ ਵੀ ਹੋਣਗੇ, ਬਦਕਾਰ ਵੀ ਹੋਣਗੇ ਤੇ ਭਲੇ ਮਾਨਸ ਲੋਕ ਵੀ ਹੋਣਗੇ।
ਹਰ ਮਜ਼ਹਬ ਦੇ ਵਿੱਚ ਹਰ ਤਰੀਕੇ ਦਾ ਬੰਦਾ ਤੁਹਾਨੂੰ ਮਿਲੇਗਾ। ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਆਪਣੇ ਮਜ਼ਹਬ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਹੋ। ਔਰ ਲੋਕ ਤੁਹਾਡੇ ਮਜ਼ਹਬ 'ਚੋਂ ਕੁਝ ਨਹੀਂ ਵੇਖਦੇ, ਤੁਹਾਡੀ ਬੋਲੀ ਤੇ ਤੁਹਾਡੇ ਪਹਿਰਾਵੇ 'ਚੋਂ ਕੁਝ ਨਹੀਂ ਲੱਭਦੇ, ਉਹ ਤੁਹਾਡੇ ਜੀਵਨ 'ਚੋਂ ਵੇਖਦੇ ਨੇ ਵੀ ਜੇ ਮਨੁੱਖ ਇਹੋ ਜਿਹਾ ਤੇ ਮਜ਼ਹਬ ਕਿਹੋ ਜਿਹਾ ਹੋਏਗਾ। ਜਿਵੇਂ ਅਸੀਂ ਵੇਖਦੇ ਹਾਂ ਨਾ, ਕਿਸੇ ਖੇਤ ਵਿੱਚ ਫਸਲ ਲਹਿਲਹਾ ਰਹੀ ਹੋਵੇ ਤੇ ਚੰਦ ਬੰਦੇ ਖਲੋ ਕੇ ਗੱਲ ਕਰਦੇ ਨੇ ਵੀ ਵਾਹ, ਕਿਸਾਨ ਨੇ ਬੜੀ ਮਿਹਨਤ ਕੀਤੀ ਹੋਏਗੀ। ਕਦੇ ਸਮਾਂ ਸੀ ਇੱਥੇ ਬੰਜਰ ਹੀ ਬੰਜਰ ਸੀ, ਪੱਥਰ ਸਨ, ਪੱਟੇ ਸਨ, ਰੋੜੇ ਸਨ, ਫਸਲ ਨਾਮ ਦੀ ਕੋਈ ਚੀਜ਼ ਲੋਕ ਇੱਥੇ ਖਲੋਣਾ ਪਸੰਦ ਨਹੀਂ ਸੀ ਕਰਦੇ। ਪਰ ਫਸਲ ਉੱਗੀ ਹੋਈ ਵੇਖ ਕੇ ਲੋਕ ਕੀ ਕਹਿਣਗੇ, ਇਹ ਜ਼ਮੀਨ ਬੜੀ ਜ਼ਰਖੇਜ਼ ਹੈ, ਬਾ ਕਮਾਲ ਫਸਲ ਖਲੋਤੀ ਹੈ ਇੱਥੇ। ਕਿਸੇ ਦਰਖਤ ਨੂੰ ਵੇਖ ਕੇ, ਕਿਸੇ ਪੌਦੇ ਨੂੰ ਵੇਖ ਕੇ ਤੇ ਉਹਨੂੰ ਲੱਗੇ ਹੋਏ ਫਲਾਂ ਨੂੰ ਵੇਖ ਕੇ ਆਪਾਂ ਕੀ ਕਹਿੰਦੇ ਆ, ਇਹ ਬੜਾ ਮਕਬੂਲ ਪੌਦਾ ਹੋਏਗਾ ਜਿਹਨੂੰ ਛੋਟੀ ਛੋਟੀ ਉਮਰ ਦੇ ਵਿੱਚ ਹੀ ਇਹਨੇ ਫਲ ਲੱਗੇ ਨੇ। ਯਾਨੀ ਕਿ ਦਰਖਤ ਦੀ ਕੀਮਤ ਕਿਹਦੇ ਕਰਕੇ? ਫਲਾਂ ਕਰਕੇ। ਤੇ ਖੇਤ ਦੀ ਪਛਾਣ ਕਿੱਥੋਂ ਹੋਈ? ਉਸ ਖੇਤ ਵਿੱਚ ਉੱਗੀ ਹੋਈ ਫਸਲ ਕਰਕੇ। ਇਸੇ ਤਰੀਕੇ ਨਾਲ ਸਾਡੇ ਜੀਵਨ ਦੇ ਵਿੱਚੋਂ ਵੇਖਿਆ ਜਾਂਦਾ ਕਿ ਬੰਦਾ ਕਿੱਥੇ ਖਲੋਤਾ ਹੋਇਆ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਸਿੱਖ ਹੈ, ਗੜ੍ਹ ਸ਼ੰਕਰ ਹੁਸ਼ਿਆਰਪੁਰ ਦੇ ਵਿੱਚ ਰਹਿਣ ਵਾਲਾ, ਭਾਈ ਤਿਲਕਾ ਕਰਕੇ ਉਹਦਾ ਨਾਮ ਇਤਿਹਾਸ ਵਿੱਚੋਂ ਅਸੀਂ ਪੜ੍ਹਦੇ ਹਾਂ। ਜੋਗੀ ਨੇ ਆਣ ਕੇ ਭਾਈ ਤਿਲਕਾ ਜੀ ਦੇ ਦਰਵਾਜ਼ੇ ਤੇ ਹੋਕਾ ਦਿੱਤਾ, ਕਹਿਣ ਲੱਗਾ ਜੀ ਸਾਰੇ ਪਿੰਡ ਦੇ ਲੋਕ ਮੇਰੇ ਦਰਸ਼ਨ ਕਰਨ ਆਏ ਨੇ, ਤੁਸੀਂ ਨਹੀਂ ਆਏ। ਮੈਂ ਚਾਹੁੰਦਾ ਤੁਸੀਂ ਵੀ ਮੇਰੇ ਆਣ ਕੇ ਦਰਸ਼ਨ ਕਰੋ ਤਾਂ ਕਿ ਤੁਹਾਨੂੰ ਸਵਰਗ ਮਿਲੇ। ਬੜੀ ਅਜੀਬ ਸਿਚੁਏਸ਼ਨ ਹੈ। ਵੈਸੇ ਜਿਹੜੀ ਜ਼ਿੰਦਗੀ ਅਸੀਂ ਹੰਢਾ ਰਹੇ ਹਾਂ ਨਾ, ਇਹਨੂੰ ਅਸੀਂ ਮੰਨਣਾ ਨਹੀਂ ਚਾਹੁੰਦੇ। ਸਾਡਾ ਧਿਆਨ ਉਸ ਚੀਜ਼ ਬੰਨੇ ਲੱਗਾ ਹੋਇਆ ਜਿਹਦੀ ਕੋਈ ਬੁਨਿਆਦ ਹੀ ਨਹੀਂ ਹੈਗੀ, ਜਿਹੜੀ ਨਾ ਕਿਸੇ ਨੇ ਵੇਖੀ ਹੈ ਤੇ ਨਾ ਕਿਸੇ ਨੇ ਆਣ ਕੇ ਦੱਸਿਆ ਹੀ ਹੈ ਸਾਨੂੰ ਵੀ ਸੱਚਮੁੱਚ ਹੀ ਸਵਰਗ ਨਾਮ ਦੀ ਕੋਈ ਚੀਜ਼ ਹੈ ਵੀ ਕਿ ਨਹੀਂ ਹੈ। ਬਸ ਇੱਕ ਟਿਕਟ ਕੀ ਸਾਰਿਆਂ ਦੀ ਲੱਗੀ ਹੈ ਵੀ ਮਰਨ ਤੋਂ ਬਾਅਦ ਸਵਰਗ ਮਿਲ ਜਾਏ ਤੇ ਇੱਛਾ ਪੂਰੀ ਹੋ ਜਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਇਹ ਹਾਰੇ ਹੋਏ ਬੰਦਿਆਂ ਦੀ ਨਿਸ਼ਾਨੀ ਹੈ। ਸਵਰਗ ਦੀ ਲਾਲਸਾ ਵੀ ਉਹ ਬੰਦੇ ਕਰਨ ਕਿ ਜਿਨ੍ਹਾਂ ਦਾ ਆਹ ਜੀਵਨ ਨਰਕ ਬਣ ਜਾਏ। ਉਹਨਾਂ ਨੂੰ ਹੁੰਦਾ ਵੀ ਇਹ ਤੇ ਹੁਣ ਔਖਾ ਸੌਖਾ ਜਿਵੇਂ ਹੁੰਦਾ ਇਹਨੂੰ ਕੱਢੋ, ਹੰਢਾਓ, ਭੋਗੋ, ਇਹਨੂੰ ਅੱਗੇ ਜਾ ਕੇ ਸਵਰਗ ਵੇਖਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਜਿਹੜਾ ਭਗਤ ਹੈ ਨਾ, ਉਹ ਇਹਨਾਂ ਚੀਜ਼ਾਂ ਤੋਂ ਬਹੁਤ ਉੱਚੀ ਅਵਸਥਾ ਤੇ ਜਾ ਕੇ ਜੀਵਨ ਜੀਂਦਾ। ਉੱਥੇ ਸਾਹਿਬ ਨੇ ਕੀ ਆਖਿਆ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ। ਅਸੀਂ ਦੋਵਾਂ ਚੀਜ਼ਾਂ 'ਚ ਨਹੀਂ ਪੈਂਦੇ। ਬਾਬਾ ਕਬੀਰ ਸਾਹਿਬ ਆਪਣੀ ਬਾਣੀ 'ਚ ਕੀ ਕਹਿਣਗੇ? ਉਹ ਕਹਿਣਗੇ ਸੁਰਗ ਬਾਸ ਨਾ ਬਾਂਛੀਐ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੈ ਨਾ ਕੀਜੈ ਆਸ। ਕਿਹੜੀ ਗੱਲ ਦੀ ਚਿੰਤਾ ਕਰਦਾ? ਸਵਰਗ ਦੀ। ਆਹ ਜੀਵਨ ਚੰਗਾ ਹੰਢਾ, ਅਗਲਾ ਆਪੇ ਸਵਰ ਜਾਏਗਾ। ਆਹ ਜੀਵਨ ਮਾੜਾ ਹੋਏਗਾ ਤੇ ਅਗਲਾ ਵੀ ਮਾੜਾ। ਤੁਹਾਡਾ ਪ੍ਰੈਜ਼ੈਂਟ ਤੈਅ ਕਰੇਗਾ ਕਿ ਤੁਹਾਡਾ ਫਿਊਚਰ ਕਿਹੋ ਜਿਹਾ ਹੋਏਗਾ। ਜੇ ਮੈਂ ਆਪਣਾ ਵਰਤਮਾਨ ਹੀ ਨਹੀਂ ਸੰਭਾਲਿਆ, ਜੇ ਮੈਂ ਇਸ ਸਮੇਂ ਦੀ ਕਦਰੋਂ ਕੀਮਤ ਨੂੰ ਨਹੀਂ ਸਮਝਦਾ, ਤੇ ਮੈਂ ਜਿੰਨੇ ਮਰਜ਼ੀ ਲਲਕਾਰੇ ਮਾਰੀ ਜਾਵਾਂ ਕੋਠੇ ਚੜ੍ਹ ਕੇ ਵੀ ਮੇਰਾ ਸਵਰਗ ਬੜਾ ਕੀਮਤੀ ਹੋਏਗਾ, ਕੀ ਫਰਕ ਪੈਂਦਾ ਜੀ ਇਹਦੇ ਨਾਲ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ। ਹਜ਼ੂਰ ਨੇ ਪਹਿਲਾਂ ਗੱਲ ਕਾਹਦੀ ਕੀਤੀ? ਤੁਹਾਡੇ ਵਰਤਮਾਨ ਦੀ, ਭਵਿੱਖ ਦੀ ਗੱਲ ਪਹਿਲਾਂ ਨਹੀਂ ਕੀਤੀ। ਹਜ਼ੂਰ ਸੱਚੇ ਪਾਤਸ਼ਾਹ ਨੇ ਆਖਿਆ ਦੌੜ ਲੱਗਣ ਵਾਲੀ ਹੋਵੇ ਤੇ ਬੰਦਾ ਪਹਿਲਾਂ ਕਦਮ ਪੁੱਟਦੇ ਡਿੱਗ ਜਾਏ ਤੇ ਪਤਾ ਲੱਗ ਜਾਂਦਾ ਵੀ ਇਹ ਦੌੜ ਕੱਢ ਨਹੀਂ ਸਕਦਾ। ਤੇ ਜਿਹੜਾ ਪਹਿਲੇ ਕਦਮ ਤੋਂ ਹੀ ਚੱਜ ਨਾਲ ਤੁਰੇ ਤੇ ਅੰਦਾਜ਼ਾ ਲੱਗ ਜਾਏਗਾ ਵੀ ਜੇ ਤੁਰ ਰਿਹਾ ਨਾ ਤਾਂ ਕਿਸੇ ਮੰਜ਼ਿਲ ਤੇ ਪਹੁੰਚੇਗਾ ਜ਼ਰੂਰ, ਭਾਵੇਂ ਜਿੱਤੇ ਨਾ ਹੀ। ਇਸੇ ਕਰਕੇ ਸਤਿਗੁਰੂ ਨੇ ਹਮੇਸ਼ਾ ਜਦੋਂ ਗੱਲ ਕੀਤੀ ਪਰਲੋਕ ਦੀ ਤੇ ਪਹਿਲਾਂ ਲੋਕ ਦਾ ਨਾਮ ਲਿਆ। ਆਪਾਂ ਬਾਣੀ ਚੋਂ ਪੜ੍ਹਦੇ ਹਾਂ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਜੇ ਤੁਹਾਡਾ ਆਹ ਸਮਾਂ ਸੁਖੀ ਹੈ ਤੇ ਅਗਲਾ ਵੀ ਸੁਖੀ। ਤੁਹਾਡਾ ਵਰਤਮਾਨ ਤੈਅ ਕਰੇਗਾ ਵੀ ਹੁਣ ਤੋਂ 2 ਮਿੰਟ ਬਾਅਦ, 4 ਮਿੰਟ ਬਾਅਦ, 10 ਸਾਲਾਂ ਬਾਅਦ ਤੁਸੀਂ ਕੀ ਹੋਵੋਗੇ। ਤੇ ਜੇ ਮੈਂ ਹੁਣ ਹੀ ਮੈਂ ਤੁਰਨਾ ਨਹੀਂ ਚਾਹੁੰਦਾ ਤੇ ਮੇਰਾ ਫਿਊਚਰ ਨਹੀਂ ਹੈਗਾ, ਮੇਰਾ ਭਵਿੱਖ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਸਾਰੀਆਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਤੇ ਰਹੀ ਮਜ਼ਹਬ ਦੀ ਗੱਲ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਮਜ਼ਹਬ ਜਿਹੜਾ ਨਾ, ਇਹ ਮਜ਼ਹਬ ਦੇ ਵਿੱਚ ਪੈਦਾ ਹੋਏ ਬੰਦੇ ਤੈਅ ਕਰਦੇ ਨੇ ਵੀ ਉਹ ਕਿਹੋ ਜਿਹਾ ਹੋਏਗਾ। ਇਹ ਉਹ ਮਨੁੱਖ ਤੈਅ ਕਰਨਗੇ। ਤੁਹਾਡੇ ਪਹਿਰਾਵੇ ਨੇ ਹਰ ਚੀਜ਼ ਨੂੰ ਤੈਅ ਨਹੀਂ ਕਰਨਾ। ਔਰ ਇਹਦੀ ਬੜੀ ਮਕਬੂਲ ਉਦਾਹਰਣ ਜਿਸ ਵੇਲੇ ਅਸੀਂ ਵੇਖਦੇ ਹਾਂ ਵੀ ਇੱਕ ਵਿਚਾਰਵਾਨ ਨੇ ਲੇਖ ਲਿਖਿਆ। ਉਹ ਕਹਿਣ ਲੱਗਾ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਤੇ ਸਾਨੂੰ ਕੋਈ ਅਫਸਰ, ਕੋਈ ਪੁਲਿਸ ਵਾਲਾ ਸਾਨੂੰ ਪੁੱਛਦਾ ਵੀ ਆਪਣੀ ਆਈਡੀ ਦਿਖਾਓ, ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ, ਤੁਹਾਡਾ ਨਾਮ ਕੀ। ਅਸੀਂ ਉਹਨੂੰ ਜ਼ਬਾਨੀ ਕਲਾਮੀ ਜੋ ਮਰਜ਼ੀ ਬੋਲ ਕੇ ਆਖਿਆ ਵੀ ਮੈਂ ਫਲਾਣੇ ਸ਼ਹਿਰ ਦਾ ਰਹਿਣ ਵਾਲਾ, ਆਹ ਮੇਰਾ ਨਾਮ ਹੈ, ਉਹ ਬਿਲੀਵ ਨਹੀਂ ਕਰਦਾ। ਉਹ ਕਹਿੰਦਾ ਵੀ ਤੁਸੀਂ ਆਪਣੀ ਆਈਡੀ ਦਿਖਾਓ, ਕੋਈ ਡਾਕੂਮੈਂਟ ਵਿਖਾਓ ਆਪਣਾ। ਤੇ ਅਸੀਂ ਉਹਨੂੰ ਆਪਣੀ ਆਈਡੀ, ਆਪਣਾ ਆਈ ਕਾਰਡ ਜਾਂ ਆਪਣਾ ਲਾਇਸੈਂਸ ਵਗੈਰਾ ਕੁਝ ਦਿੰਦੇ ਹਾਂ ਵੀ ਆਹ ਮੇਰਾ। ਇੰਟਰਨੈਸ਼ਨਲ ਪੱਧਰ ਤੇ ਜਦੋਂ ਅਸੀਂ ਵਿਚਰਦੇ ਹਾਂ ਤੇ ਅਸੀਂ ਆਪਣਾ ਪਾਸਪੋਰਟ ਦਿੰਦੇ ਹਾਂ ਵੀ ਆਹ ਮੇਰੀ ਆਈਡੀ।
ਤੇ ਉਹ ਯਕੀਨ ਕਰਦੇ, ਅਸੀਂ ਨਾਮ ਹੀ ਬੋਲੀਏ ਨਾ, ਆਪਣੀ ਆਈਡੀ ਫੜਾਈਏ ਤੇ ਯਕੀਨ ਕਰਦੇ ਵੀ ਇਹ ਕੌਣ ਹੈ। ਉਹ ਕਹਿਣ ਲੱਗਾ ਜਦੋਂ ਦੁਨੀਆ ਦੀ ਸੱਥ ਵਿੱਚ ਅਸੀਂ ਖਲੋਨੇ ਆ ਨਾ, ਲੋਕ ਸਾਨੂੰ ਪੁੱਛਣਗੇ ਤੁਸੀਂ ਕੌਣ ਹੋ, ਤੇ ਅਸੀਂ ਕਹਿੰਦੇ ਅਸੀਂ ਸਿੱਖ ਹਾਂ। ਫਿਰ ਉਹ ਕਹਿਣਗੇ ਵੀ ਇਹ ਸਿੱਖ ਕਿਹੜੇ ਕਿੰਨਾ ਲੋਕਾਂ ਨੇ ਜੀਵਿਆ ਇਸ ਮਜ਼ਹਬ ਨੂੰ, ਤੁਸੀਂ ਨਾਮ ਦੱਸ ਸਕਦੇ ਹੋ ਉਹਨਾਂ ਦਾ। ਤੇ ਫਿਰ ਅਸੀਂ ਇਤਿਹਾਸ ਵਿੱਚੋਂ ਉਹਨਾਂ ਕੱਲੇ ਮਹਾਨ ਗੁਰਸਿੱਖਾਂ ਦਾ ਜੀਵਨ ਪੜ੍ਹ ਕੇ ਸੁਣਾਉਂਦੇ ਹਾਂ ਉਹਨਾਂ ਨੂੰ। ਮੰਨ ਲਓ ਜਿਵੇਂ ਉਦਾਹਰਣ ਦੇਣਾ ਕਿ ਮੈਨੂੰ ਕੋਈ ਪੁੱਛੇ ਵੀ ਤੁਸੀਂ ਕੌਣ ਹੋ, ਤੇ ਮੈਂ ਕਹਿੰਦਾ ਮੈਂ ਸਿੱਖ ਹਾਂ। ਫਿਰ ਉਹ ਅਗਲਾ ਸਵਾਲ ਕਰੇਗਾ ਇਹ ਸਿੱਖ ਮਜ਼ਹਬ ਕਿਹਦਾ ਪੈਦਾ ਕੀਤਾ ਹੋਇਆ? ਗੁਰੂ ਨਾਨਕ ਮਹਾਰਾਜ ਤੋਂ ਇਲਾਵਾ ਮੇਰੇ ਕੋਲ ਕਿਸੇ ਹੋਰ ਦਾ ਨਾਮ ਹੈ ਜਿਹਦਾ ਮੈਂ ਲੈ ਦਿਆਂ? ਕੋਈ ਨਾਮ ਹੀ ਨਹੀਂ ਹੈਗਾ। ਮੈਂ ਕਹਾਂ ਕਿ ਗੁਰੂ ਨਾਨਕ ਮਹਾਰਾਜ ਦਾ ਪੈਦਾ ਕੀਤਾ ਹੋਇਆ। ਫਿਰ ਉਹ ਅਗਲੀ ਗੱਲ ਪੁੱਛਦਾ ਤੁਹਾਡਾ ਧਰਮ ਗ੍ਰੰਥ ਜਿਹੜਾ ਜਿਹਨੂੰ ਤੁਸੀਂ ਪੜ੍ਹਦੇ ਹੋ, ਇਹ ਖਾਲੀ ਪੜ੍ਹਨ ਵਾਸਤੇ ਹੀ ਹੈ ਵੀ ਇਸ ਥਿਊਰੀ ਨੂੰ ਪ੍ਰੈਕਟੀਕਲ ਵੀ ਕੀਤਾ ਜਾ ਸਕਦਾ? ਤੇ ਆਪਾਂ ਫਿਰ ਇਤਿਹਾਸ ਪੜ੍ਹ ਕੇ ਸੁਣਾਉਂਦੇ ਹਾਂ ਵੀ ਇਹ ਥਿਊਰੀ ਇਕੱਲੀ ਪੜ੍ਹਨ ਵਾਸਤੇ ਨਹੀਂ ਹੈਗੀ, ਇਹ ਕੋਈ ਮੰਤਰ ਨਹੀਂ ਹੈਗੇ ਹਿੰਦੂ ਧਾਰਮਿਕ ਗ੍ਰੰਥਾਂ ਦੇ ਵੀ ਯਾਗ ਕਰ ਲਓ, ਹਵਨ ਕਰ ਲਓ ਤੇ ਮੰਤਰ ਪੜ੍ਹਦੇ ਰਹੋ ਬੈਠੇ ਤੇ ਕੰਮ ਸਵਰ ਜਾਏਗਾ। ਬਾਣੀ ਜਿੰਨੀ ਵੀ ਹੈ ਨਾ, ਇਹ ਪ੍ਰੈਕਟੀਕਲ ਕਰਨ ਵਾਸਤੇ, ਇਹਨੂੰ ਇਹ ਖਾਲੀ ਮੰਤਰਾਂ ਵਾਂਗੂ ਗੁਣਗੁਣਾਉਣ ਵਾਸਤੇ ਨਹੀਂ ਹੈਗੀ। ਜੇ ਮੈਂ ਬਾਣੀ ਨੂੰ ਪ੍ਰੈਕਟੀਕਲ ਨਹੀਂ ਕਰਦਾ, ਇਟ ਮੀਨਸ ਮੈਨੂੰ ਬਾਣੀ ਪੜ੍ਹਨ ਦਾ ਕੋਈ ਹੱਕ ਨਹੀਂ ਹੈਗਾ, ਕੋਈ ਰਾਈਟ ਨਹੀਂ ਹੈਗਾ ਮੈਨੂੰ ਬਾਣੀ ਪੜ੍ਹਨ ਦਾ। ਫਿਰ ਅਸੀਂ ਉਹਨਾਂ ਕੱਲੇ ਮਹਾਨ ਪੁਰਖਾਂ ਦਾ ਜੀਵਨ ਬਤੀਤ ਜਿਨ੍ਹਾਂ ਨੇ ਕੀਤਾ ਦੱਸਦੇ ਹਾਂ ਵੀ ਆਹ ਵੇਖੋ ਚਰਖੜੀਆਂ ਤੇ ਵੀ ਚੜੇ ਨੇ, ਇਹਨਾਂ ਦੇ ਬੰਦ ਵੀ ਕੱਟੇ ਗਏ ਨੇ, ਖੋਪਰ ਵੀ। ਜੇ ਉਹਨਾਂ ਨੇ ਹੱਕ ਸੱਚ ਦੀ ਗੱਲ ਗੁਰਬਾਣੀ ਚੋਂ ਪੜ੍ਹੀ ਤਾਂ ਲੱਤ ਕੱਢ ਕੇ ਖਲੋਤੇ ਵੀ ਨੇ ਸੱਚ ਦੇ ਪੱਖ ਵਿੱਚ। ਛਾਤੀ ਠੋਕ ਕੇ ਉਹਨਾਂ ਨੇ ਆਪਣੇ ਹੱਕ ਲੈਣੇ ਤੇ ਸਾਨੂੰ ਮੰਗਣੇ ਵੀ ਸਿਖਾਏ ਨੇ ਵੀ ਆਪਣੇ ਹੱਕ ਦੁਨੀਆ ਦੀ ਸੱਥ 'ਚ ਖਲੋ ਕੇ ਕਿਵੇਂ ਮੰਗੇ ਤੇ ਲੈ ਜਾਂਦੇ ਨੇ। ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਸਾਨੂੰ ਸਤਿਗੁਰੂ ਦੀ ਬਾਣੀ ਵਿੱਚੋਂ ਸਮਝਣੀਆਂ ਤੇ ਇਤਿਹਾਸ ਵਿੱਚੋਂ ਸਮਝਣੀਆਂ ਪੈਣਗੀਆਂ। ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਸ਼ਲੋਕ ਜਿਹੜਾ ਆਪਾਂ ਸਾਂਝਾ ਕਰ ਰਹੇ ਸਾਂ, ਉਹਨਾਂ ਆਖਿਆ ਦੋਵੇਂ ਤਰੀਕੇ ਦੇ ਲੋਕ ਸੰਸਾਰ ਵਿੱਚ ਹਰ ਪਲ ਜੀਂਦੇ ਨੇ, ਜੀਵਨ ਹੰਢਾਉਂਦੇ ਨੇ ਤੇ ਮਾਣਦੇ ਨੇ। ਵੈਸੇ ਜੇ ਸ਼ਲੋਕ ਨੂੰ ਸਮਝਣਾ ਹੋਵੇ ਤੇ ਬਾਬਾ ਕਬੀਰ ਸਾਹਿਬ ਦੇ 2 ਸ਼ਲੋਕ ਨੇ ਜਿਹਦੇ ਵਿੱਚ ਉਹਨਾਂ ਨੇ ਆਖਿਆ ਕਬੀਰ ਮਾਇਆ ਡੋਲਣੀ ਪਵਨ ਝਕੋਲਣਹਾਰ। ਡੋਲਣੀ ਕਹਿੰਦੇ ਨੇ ਚਾਟੀ ਨੂੰ। ਉਹਨਾਂ ਆਖਿਆ ਵੀ ਸਾਡੇ ਜਿਹੜੇ ਸਵਾਸ ਨੇ, ਮਾਨੋ ਸੰਸਾਰ ਇੱਕ ਚਾਟੀ ਦੀ ਨਿਆਈ ਹੈ ਤੇ ਸਾਡੇ ਸਵਾਸ ਮਧਾਣੀ ਨੇ, ਤੇ ਇਸ ਮਧਾਣੀ ਨਾਲ ਹੀ ਸੰਸਾਰ ਦੇ ਵਿੱਚੋਂ ਲੱਸੀ ਤੇ ਮੱਖਣ ਦੋਨੋਂ ਚੀਜ਼ਾਂ ਕੱਢੀਆਂ ਜਾ ਸਕਦੀਆਂ। ਵੈਸੇ ਇਹ ਸ਼ਬਦ ਜਿਹੜਾ ਗੁਰੂ ਨਾਨਕ ਮਹਾਰਾਜ ਨੇ ਉਦਾਹਰਨਾਂ ਸਮੇਤ ਆਪਣੀ ਪਾਵਨ ਬਾਣੀ 'ਚ ਵਰਤਿਆ। ਜਿੱਥੇ ਗੁਰੂ ਨਾਨਕ ਮਹਾਰਾਜ ਕਹਿਣਗੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਧੇ ਕੋ ਜਾਵੋ, ਦੂਧ ਕਰਮ ਫਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਅੱਗੇ ਕਹਿਣਗੇ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਨੇਤਰੋ ਕਹਿੰਦੇ ਸੀ ਨੇਤੇ ਨੂੰ, ਮਧਾਣੀ ਨੂੰ 2 ਰੱਸੀਆਂ ਜਿਹੜੀਆਂ ਪਾਈਆਂ ਉਹਨੂੰ ਨੇਤਰਾ ਕਹਿੰਦੇ ਸਨ ਉਸ ਰੱਸੀ ਨੂੰ। ਤੇ ਉਸ ਰੱਸੀ ਦੇ ਸਿਰੇ ਤੇ ਜਿਹੜੇ ਲੱਕੜ ਦੇ ਗੁਟਕੇ ਹੁੰਦੇ ਸਨ ਉਹਨੂੰ ਈਟੀਆਂ ਕਹਿੰਦੇ ਸਨ, ਜਿਹਨੂੰ ਫੜ ਕੇ ਤੇ ਮਧਾਣੀ ਦਾ ਉਸ ਨੇਤਰੇ ਨੂੰ ਢਿੱਲਾ ਛੱਡ ਕੇ ਤੇ ਖਿੱਚ ਕੇ ਇੱਕ ਪ੍ਰੋਸੈਸ ਤਹਿਤ ਉਹ ਚੋਂ ਮੱਖਣ ਕੱਢਿਆ ਜਾਂਦਾ ਸੀ। ਤੁਸੀਂ ਵੇਖੋ ਨਾ, ਹੈਰਾਨੀ ਨਹੀਂ ਹੁੰਦੀ ਵੀ ਗੁਰੂ ਸਾਹਿਬਾਨਾਂ ਦੀ ਇੰਨੀ ਬਾਕਮਾਲ ਸ਼ਖਸੀਅਤ ਹੋਵੇ, 3 ਭਾਸ਼ਾਵਾਂ ਦੇ ਉਹ ਗਿਆਤਾ ਹੋਣ। ਪਰਸ਼ੀਅਨ ਭਾਸ਼ਾ ਦੇ ਸ਼ਬਦ ਗੁਰੂ ਨਾਨਕ ਮਹਾਰਾਜ ਦੇ ਬਾਣੀ ਚੋਂ ਪੜੋ, ਫਾਰਸੀ ਦੇ, ਸੰਸਕ੍ਰਿਤ ਦੇ ਸ਼ਬਦ ਪੜੋ, ਮੁਲਤਾਨੀ ਭਾਸ਼ਾ, ਪੁਰਾਣੀ ਪਹਿਲਵੀ ਭਾਸ਼ਾ, ਜਾਂ ਇਹਦੇ ਤੋਂ ਇਲਾਵਾ ਪੋਠੋਹਾਰੀ ਭਾਸ਼ਾ ਦੇ ਵਿੱਚ ਵੀ ਲੋਕ ਬੋਲੀ ਵਿੱਚ ਗੁਰੂ ਨਾਨਕ ਮਹਾਰਾਜ ਦੇ ਸ਼ਬਦ ਪੜ੍ਹੇ ਜਾ ਸਕਦੇ ਨੇ। ਪਰ ਗੁਰੂ ਨਾਨਕ ਮਹਾਰਾਜ ਦੀ ਖਾਸੀਅਤ ਪਤਾ ਕੀ ਹੈ? ਸਿਆਣਾ ਟੀਚਰ ਪਤਾ ਕਿਹਨੂੰ ਕਿਹਾ ਜਾਂਦਾ? ਜਿਹੜਾ ਆਪਣੇ ਸਟੂਡੈਂਟ ਦੇ ਲੈਵਲ ਤੇ ਆਣ ਕੇ ਉਹਨੂੰ ਪੜ੍ਹਾਵੇ। ਟੀਚਰ ਉਹਨੂੰ ਨਹੀਂ ਕਹਿੰਦੇ ਵੀ ਸਾਹਮਣੇ ਸਟੂਡੈਂਟ ਪਹਿਲੀ ਕਲਾਸ ਦਾ ਬੈਠਾ ਹੋਵੇ ਤੇ ਉੱਥੇ ਉਹ ਵਰਡਿੰਗ ਜਿਹੜੀ ਉਹ ਅਕੈਡਮਿਕ ਪੱਧਰ ਦੀ ਯੂਜ਼ ਕਰੇ ਤੇ ਅਗਲੇ ਬੰਦੇ ਨੂੰ ਸਮਝ ਨਾ ਵੀ ਗੱਲ ਕਹੀ ਕੀ ਜਾ ਰਹੀ। ਗੁਰੂ ਨਾਨਕ ਮਹਾਰਾਜ ਦੀ ਮਹਾਨਤਾ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਕਿ ਉਹਨਾਂ ਨੇ ਉਦਾਹਰਨਾਂ ਉਹ ਵਰਤੀਆਂ ਜਿਹੜੀਆਂ ਆਮ ਬੰਦੇ ਦੀ ਸਮਝ ਵਿੱਚ ਆਉਣ। ਜੇ ਜੋਗੀ ਨਾਲ ਗੱਲ ਕਰਦੇ ਨੇ ਤੇ ਉਹਨੂੰ ਉਹਦੀਆਂ ਉਦਾਹਰਨਾਂ ਦੇ ਕੇ ਸਮਝਾਉਣਗੇ। ਮੁੰਦਾ ਸੰਤੋਖ, ਸ਼ਰਮ ਪੱਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ, ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਕਿਰਸਾਨ ਨਾਲ ਗੱਲ ਕਰਨਗੇ ਤੈਨੂੰ ਮੁੰਦਰਾਂ ਦੀ ਉਦਾਹਰਨਾਂ ਨਹੀਂ ਦੇਣਗੇ, ਕਿਉਂਕਿ ਕਿਰਸਾਨ ਦਾ ਕੰਮ ਮੁੰਦਰਾ ਪਾਉਣਾ ਨਹੀਂ ਹੈਗਾ, ਕਿਰਸਾਨ ਦਾ ਕੰਮ ਖੇਤੀ ਕਰਨਾ। ਉੱਥੇ ਮਹਾਰਾਜ ਕਹਿਣਗੇ ਮਨ ਹਾੜੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ। ਕਿਰਸਾਨ ਦਾ ਸੰਬੰਧ ਬੀਜ ਨਾਲ ਹੈ, ਪਾਣੀ ਨਾਲ ਹੈ, ਖੇਤ ਨਾਲ ਹੈ, ਸੁਹਾਗੇ ਨਾਲ ਹੈ। ਉਹਨੂੰ ਉਹਦੀਆਂ ਐਗਜ਼ਾਮਪਲਾਂ ਦੇ ਕੇ ਸਮਝਾਇਆ। ਯਾਨੀ ਕਿ ਆਮ ਨਾਰਮਲ ਵੇ ਦੇ ਵਿੱਚ ਮਹਾਰਾਜ ਗੱਲ ਕਰਦੇ ਨੇ ਤਾਂ ਕਿ ਮਸਲਾ ਕੀ ਹੈ, ਉਪਦੇਸ਼ ਸਮਝ ਆਉਣਾ ਚਾਹੀਦਾ। ਭਾਸ਼ਾ ਭਾਵੇਂ ਸੌਖੀ ਹੋਵੇ ਭਾਵੇਂ ਔਖੀ ਹੋਵੇ। ਵਰਨਾ ਤੁਸੀਂ ਵੇਖੋ ਇਹ ਬੜੀ ਅਜੀਬ ਵਿਡੰਬਨਾ ਸੀ ਭਾਰਤ ਵਰਸ਼ ਦੀ ਧਰਤੀ ਦੇ ਉੱਤੇ। ਉੱਥੇ ਜਦੋਂ ਪੁਜਾਰੀਆਂ ਨੇ ਗ੍ਰੰਥ ਰਚੇ ਨਾ
ਹੁਣ ਹਾਲਾਂਕਿ ਬੋਲੀਆਂ ਸਾਰੀਆਂ ਸਨਮਾਨਯੋਗ ਨੇ, ਕੋਈ ਬੋਲੀ ਮਾੜੀ ਨਹੀਂ ਹੁੰਦੀ, ਸਾਰੀਆਂ ਬੋਲੀਆਂ ਬੜੀਆਂ ਅਦਬ ਤੇ ਮਾਣ ਵਾਲੀਆਂ ਨੇ। ਪਰ ਪੰਡਤਾਂ ਨੇ ਵਿਚਾਰ ਪ੍ਰਚਲਿਤ ਕੀਤਾ ਸੀ ਵੀ ਜਿਹੜੀ ਸੰਸਕ੍ਰਿਤ ਹੈ ਨਾ, ਇਹ ਦੇਵਤਿਆਂ ਦੀ ਬੋਲੀ, ਤੇ ਸੰਸਕ੍ਰਿਤ ਭਾਸ਼ਾ ਨੂੰ ਆਮ ਬੰਦਾ ਪੜ੍ਹ ਨਾ ਸਕੇ। ਕਾਨੂੰਨ ਬਣਾਇਆ ਗਿਆ ਮਨੂ ਸਿਮਰਤੀ ਕਾਲੀ ਕਿਤਾਬ ਦੀ ਵਿੱਚ ਵੀ ਜੇ ਸ਼ੂਦਰ ਬੰਦਾ ਧਰਮ ਗ੍ਰੰਥ ਪੜ੍ਹਦਾ ਪਾਇਆ ਜਾਏ, ਰਾਜੇ ਨੂੰ ਚਾਹੀਦਾ ਉਹਦੀ ਜ਼ੁਬਾਨ ਕੱਟ ਦੇਵੇ, ਉਹ ਇਸ ਵਾਸਤੇ ਪੈਦਾ ਨਹੀਂ ਹੋਇਆ। ਜੇ ਸ਼ੂਦਰ ਬੰਦਾ ਧਰਮ ਗ੍ਰੰਥਾਂ ਦਾ ਉਪਦੇਸ਼ ਸੁਣ ਰਿਹਾ ਤੇ ਰਾਜੇ ਨੂੰ ਚਾਹੀਦਾ ਉਹਦੇ ਕੰਨਾਂ 'ਚ ਸਿੱਕਾ ਪਿਘਲਾ ਕੇ ਪਾਵੇ। ਉਹਦੀ ਜ਼ਰੂਰਤ ਕਿਵੇਂ ਹੋਈ? ਉਹ ਇਹ ਕੰਮ ਕਰਨ ਵਾਸਤੇ ਪੈਦਾ ਹੀ ਨਹੀਂ ਹੋਇਆ। ਨਾ ਉਹ ਧਰਮ ਗ੍ਰੰਥ ਪੜ੍ਹ ਸਕਦਾ, ਨਾ ਉਹ ਧਰਮ ਗ੍ਰੰਥ ਸੁਣ ਸਕਦਾ, ਤੇ ਨਾ ਉਹ ਮੰਦਰ ਦੀਆਂ ਪੌੜੀਆਂ ਚੜ੍ਹ ਸਕਦਾ। ਉਹਨੂੰ ਤੇ ਰੱਬ ਨੇ ਇਸ ਕਰਕੇ ਪੈਦਾ ਕੀਤਾ ਵੀ ਉਹ ਬ੍ਰਾਹਮਣ, ਖੱਤਰੀ ਤੇ ਵੈਸ਼ ਦੀ ਸੇਵਾ ਕਰੇ। ਬ੍ਰਾਹਮਣ ਹੁੰਦਾ ਹੋਵੇ ਤੇ ਆਪਣਾ ਮੂੰਹ ਖੋਲ ਕੇ ਰੱਖੇ, ਬ੍ਰਾਹਮਣ ਨੂੰ ਥੁੱਕਣ ਦੀ ਲੋੜ ਪਵੇ ਤੇ ਸ਼ੂਦਰ ਦੇ ਮੂੰਹ 'ਚ ਥੁੱਕ ਸਕੇ। ਇਹ ਵਿਧਾਨ ਸਨ ਉਹਦੇ ਵਾਸਤੇ। ਉਹ ਆਪਣੇ ਗਲ ਵਿੱਚ ਘੰਟੀ ਬੰਨ ਕੇ ਚੱਲੇ, ਰਿੰਗ ਬੰਨ ਕੇ ਚੱਲੇ, ਤਾਂ ਕਿ ਉਹਦੇ ਆਉਣ ਦਾ ਖੜਾਕ ਬ੍ਰਾਹਮਣ ਨੂੰ ਹੋਵੇ ਤੇ ਬ੍ਰਾਹਮਣ ਆਪਣਾ ਰਾਹ ਬਦਲ ਸਕੇ। ਉਹਨੂੰ ਚਾਹੀਦਾ ਉਹ ਆਪਣੀ ਕਮਰ ਦੇ ਨਾਲ ਦਰਖਤਾਂ ਦੇ ਛਾਪੇ ਬੰਨ ਕੇ ਚੱਲੇ, ਤਾਂ ਕਿ ਉਹਦੇ ਪੈਰਾਂ ਦੇ ਨਿਸ਼ਾਨ ਮਿਟ ਜਾਣ ਤੇ ਰਸਤਾ ਪਵਿੱਤਰ ਨਾ ਹੋਵੇ। ਇਹ ਵਿਧਾਨ ਸਨ ਉਹਦੇ ਵਾਸਤੇ। ਉਹ ਉੱਚੀ ਜਗ੍ਹਾ ਤੋਂ ਪਾਣੀ ਨਹੀਂ ਪੀ ਸਕਦਾ, ਤਾਂ ਕਿ ਉੱਚੀ ਜਗ੍ਹਾ ਤੋਂ ਪਾਣੀ ਪੀਏਗਾ ਤੇ ਪਾਣੀ ਝੂਠਾ ਹੋ ਜਾਏਗਾ। ਉਹਨੂੰ ਚਾਹੀਦਾ ਵੀ ਨੀਵੀਂ ਜਗ੍ਹਾ ਤੋਂ ਪਾਣੀ ਪੀਵੇ। ਇਹ ਵਿਧਾਨ ਸਨ ਸਾਰੇ ਉਹਦੇ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਚੀਜ਼ਾਂ ਨੂੰ ਕਦੇ ਗੁਰਮਤ ਵਿੱਚ ਪ੍ਰਵਾਨ ਨਹੀਂ ਕੀਤਾ। ਇੱਥੇ ਸਤਿਗੁਰੂ ਬਾਣੀ 'ਚ ਕਹਿਣਗੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉ, ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਗੁਰੂ ਨਾਨਕ ਗਰੀਬਾਂ ਦਾ ਯਾਰ ਹੈ, ਹੈਂਕੜਬਾਜ਼ੀ ਕਰਨ ਵਾਲਿਆਂ ਦਾ ਯਾਰ ਨਹੀਂ। ਚੇਤੇ 'ਚ ਰੱਖਣਾ। ਇਹ ਅਸੀਂ ਜਿਹੜੇ ਸਮੇਂ 'ਚ ਜੀ ਰਹੇ ਹਾਂ, ਕਿੰਨਾ ਰੇਸਿਜ਼ਮ ਇਸ ਸਮੇਂ 'ਚ ਹੁੰਦਾ, ਨਸਲ ਦੇ ਨਾਮ ਦੇ ਉੱਤੇ, ਪਹਿਰਾਵੇ ਦੇ ਉੱਤੇ, ਰੰਗ ਦੇ ਉੱਤੇ, ਭਾਸ਼ਾ ਦੇ ਆਧਾਰ ਦੇ ਉੱਤੇ, ਕਲਚਰ ਦੇ ਆਧਾਰ ਦੇ ਉੱਤੇ, ਖਿੱਤੇ ਦੇ ਆਧਾਰ, ਹਰ ਚੀਜ਼ ਨਾਲ ਰੇਸਿਸਟ ਜਿਹੜੇ ਨੇ ਉਹ ਹਰ ਗੱਲ ਨਾਲ ਜੁੜ ਕੇ ਰੇਸਿਜ਼ਮ ਕਰਦੇ ਨੇ। ਤੁਹਾਡੀ ਬਰਾਦਰੀ ਇਹ ਹੈ, ਸਾਡੀ ਬਰਾਦਰੀ ਇਹ ਹੈ, ਤੁਸੀਂ ਰੈੱਡ ਹੋ ਤੇ ਅਸੀਂ ਫਲਾਣੇ ਆ, ਤੁਹਾਡਾ ਕਲਚਰ ਇਹ ਹੈ ਤੇ ਸਾਡਾ ਕਲਚਰ ਇਹ ਹੈ, ਤੁਹਾਡਾ ਪਹਿਰਾਵਾ, ਤੁਹਾਡਾ ਹਰ ਚੀਜ਼ ਨਾਲ ਜੋੜ ਕੇ ਅਗਲੇ ਨੂੰ ਨੀਵਾਂ ਵਿਖਾਇਆ ਜਾਂਦਾ। ਤੇ ਇਹ ਤੇ ਗੱਲ ਹੀ ਅੱਜ ਤੋਂ 6-7-100 ਸਾਲ ਪਹਿਲਾਂ ਦੀ ਹੈ, ਜਦੋਂ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ। ਡਿਕਟੇਟਰਸ਼ਿਪ ਰਾਜ ਸੀ, ਜਿਹਨੇ ਜੋ ਕਹਿ ਦਿੱਤਾ ਤਕੜੇ ਦਾ ਸੱਤੀ ਵੀ 100 ਹੁੰਦਾ ਸੀ। ਉਹਨਾਂ ਸਮਿਆਂ ਦੇ ਵਿੱਚ ਹੀ ਬਾਬਾ ਕਬੀਰ ਸਾਹਿਬ ਨੇ ਗੱਲ ਕਹਿ ਮਾਰੀ। ਉਹਨਾਂ ਆਖਿਆ, ਬੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ। ਬਾਬਾ ਰਵਿਦਾਸ ਸਾਹਿਬ ਵਰਗੇ ਮਹਾਨ ਪੁਰਖਾਂ ਨੂੰ ਚਮਾਰ ਕਹਿ ਕੇ ਤੇ ਧਰਮ ਸਥਾਨ ਤੋਂ ਬਾਹਰ ਕੱਢਣਾ। ਤੇ ਉਹਨਾਂ ਨੇ ਆਖਿਆ, ਆਪਨ ਬਾਪੇ ਨਾ ਹੀ ਕਿਸੇ ਕੋ, ਭਾਵਨ ਕੋ ਹਰ ਰਾਜਾ। ਰੌਂਗਟੇ ਖੜੇ ਕਰ ਦੇਣ ਵਾਲੀ ਗੱਲ ਸੀ ਭਾਰਤ ਦੇ ਇਤਿਹਾਸ ਵਿੱਚ, ਜਿਹੜਾ ਸਿੱਧਾ ਮਤਲਬ ਇਹ ਬਣਦਾ ਸੀ ਕਿ ਰੱਬ ਤੁਹਾਡੇ ਬਾਪ ਦੀ ਜ਼ਗੀਰ ਨਹੀਂ ਹੈਗੀ, ਉਹ ਭਾਵਨਾ ਦਾ ਹੈ, ਸ਼ਰਧਾ ਦਾ ਹੈ। ਜੇ ਮੈਂ ਮੰਦਰਾਂ 'ਚ ਬਹਿ ਕੇ ਚੇਤੇ ਨਹੀਂ ਕਰ ਸਕਦਾ ਤੇ ਰੱਬ ਤੇ ਮੇਰੀ ਕੁੱਲੀ 'ਚ ਵੀ ਹੈਗਾ, ਮੈਂ ਉੱਥੇ ਬਹਿ ਕੇ ਚੇਤੇ ਕਰ ਲਵਾਂਗਾ। ਕੀ ਫਰਕ ਪੈਂਦਾ? ਮੈਂ ਤੁਹਾਡੇ ਮੰਦਿਰ 'ਚ ਆਵਾਂ ਹੀ ਕਿਉਂ? ਇਹ ਚੀਜ਼ਾਂ ਜਿਹੜੀਆਂ ਸਨ ਨਾ, ਬਾਣੀ 'ਚੋਂ ਸਮਝ। ਗੁਰੂ ਨਾਨਕ ਮਹਾਰਾਜ ਦੇ ਜੀਵਨ ਬਾਰੇ ਜਦੋਂ ਅਸੀਂ ਇਹ ਪੜ੍ਹਦੇ ਹਾਂ ਵੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਪੰਡਤ ਹਰਦਿਆਲ ਦੇ ਦਿੱਤੇ ਹੋਏ ਜਨੇਊ ਨੂੰ ਪਾਉਣ ਤੋਂ ਇਨਕਾਰ ਕੀਤਾ। ਕਿਉਂ ਕੀਤਾ? ਹਜ਼ੂਰ ਸੱਚੇ ਪਾਤਸ਼ਾਹ ਨੂੰ ਪਹਿਲਾ ਖਦਸ਼ਾ ਇਹ ਸੀ, ਜਦੋਂ ਉਹਨਾਂ ਨੇ ਆਖਿਆ ਨਾ ਵੀ ਇਹ ਜਨੇਊ ਮੇਰੀ ਭੈਣ ਨੂੰ ਪਾਓ, ਉਹਨਾਂ ਆਖਿਆ ਜੀ ਪਾ ਨਹੀਂ ਸਕਦੀ, ਸ਼ਾਸਤਰਾਂ ਦੀ ਮਰਿਆਦਾ ਮੁਤਾਬਕ ਔਰਤ ਨੂੰ ਜਨੇਊ ਪਾਉਣ ਦਾ ਕੋਈ ਹੱਕ ਨਹੀਂ ਹੈਗਾ। ਹਜ਼ੂਰ ਨੇ ਆਖਿਆ ਠੀਕ ਹੈ, ਮੇਰੇ ਸਾਥੀ ਮਰਦਾਨੇ ਨੂੰ, ਜਿਹੜੇ ਮੇਰੇ ਮਿੱਤਰ ਮੇਰੇ ਨਾਲ ਖੇਡਦੇ ਨੇ, ਉਹਨਾਂ ਨੂੰ ਪਾ ਦਿਓ। ਆਖਿਆ ਜੀ ਨਹੀਂ, ਸ਼ੂਦਰ ਬਰਾਦਰੀ ਦਾ ਬੰਦਾ ਵੀ ਜਨੇਊ ਨਹੀਂ ਪਾ ਸਕਦਾ, ਮਰਦਾਨਾ ਮਰਾਸੀ ਜਨੇਊ ਨਹੀਂ ਪਾ ਸਕਦਾ। ਹਜ਼ੂਰ ਦੇ ਮਨ 'ਚ ਖਦਸ਼ਾ ਪੈਦਾ ਹੋਇਆ ਵੀ ਇਹ ਧਰਮ ਕਿਹੋ ਜਿਹਾ ਹੋਇਆ, ਜੇ ਮੈਂ ਇਸ ਧਰਮ ਨੂੰ ਅਸੈਪਟ ਵੀ ਕਰ ਲੈਣਾ ਤੇ ਇਹਦਾ ਮਤਲਬ ਹੈ ਇਹ ਪਹਿਲਾਂ ਮੈਨੂੰ ਮੇਰੇ ਆਪਣਿਆਂ ਨਾਲੋਂ ਤੋੜੇਗਾ, ਤੇ ਮੈਂ ਇਸ ਧਰਮ ਨੂੰ ਪ੍ਰਵਾਨ ਹੀ ਨਹੀਂ ਕਰਦਾ। ਜਿਹੜਾ ਧਰਮ ਮੈਨੂੰ ਮੇਰੀ ਭੈਣ ਕੋਲ ਬਹਿਣ ਜੋਗਾ ਨਹੀਂ ਛੱਡਦਾ, ਮੇਰੇ ਮਿੱਤਰਾਂ ਕੋਲ ਬਹਿਣ ਜੋਗਾ ਨਹੀਂ ਛੱਡਦਾ, ਇਹ ਧਰਮ ਸੰਸਾਰ ਨੂੰ ਇਕੱਠਿਆਂ ਕਰਕੇ ਕਿਵੇਂ ਬਿਠਾਏਗਾ? ਇਹ ਚੀਜ਼ਾਂ ਸਨ। ਸਤਿਗੁਰੂ ਨੇ ਆਖਿਆ, ਮੈਂ ਜਿਹੜਾ ਧਰਮ ਦੀ ਸਿਰਜਣਾ ਮੈਂ ਕਰਨੀ ਹੈ ਨਾ, ਉੱਥੇ ਸਾਰੇ ਲੋਕ ਇਕੱਠੇ ਬਹਿਣਗੇ। ਔਰ ਸਦੀਆਂ ਦੇ ਪਾੜੇ ਜਿਹੜੇ ਅੱਜ ਤੱਕ ਖਤਮ ਨਹੀਂ ਸੀ ਹੋਏ, ਗੁਰੂ ਨਾਨਕ ਮਹਾਰਾਜ ਨੇ ਖਤਮ ਕੀਤੇ। ਤੇ ਭਾਈ ਗੁਰਦਾਸ ਨੇ ਆਪਣੀ ਪਾਵਨ ਵਾਰ ਦੇ ਵਿੱਚ ਇਸ ਗੱਲ ਦੇ ਮੀਲ ਪੱਥਰ ਸਥਾਪਿਤ ਕੀਤੇ। ਆਖਿਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਉਲਟਾ ਖੇਲ ਪਿਰਾਮਿਦਾ ਪੈਰਾਂ ਉੱਪਰ ਸੀਸ, ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਦੇ ਨਹੀਂ ਸੀ ਐਸਾ ਹੋਇਆ ਵੀ ਇੱਕ ਅਮੀਰ ਬੰਦਾ ਤੇ ਗਰੀਬ ਬੰਦਾ ਇੱਕੇ ਪੰਗਤ ਵਿੱਚ ਬਹਿ ਕੇ ਰੋਟੀ ਖਾਣ। ਗੁਰੂ ਅਮਰਦਾਸ ਮਹਾਰਾਜ ਨੂੰ ਜਿਸ ਵੇਲੇ ਬਾਦਸ਼ਾਹ ਅਕਬਰ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਸਿੱਖਾਂ ਨੇ ਆਣ ਕੇ ਆਖਿਆ, ਮਹਾਰਾਜ ਅਕਬਰ ਆ ਰਿਹਾ, ਹਿੰਦੁਸਤਾਨ ਦਾ ਬਾਦਸ਼ਾਹ ਆ ਰਿਹਾ, ਉਹਦੇ ਵਾਸਤੇ ਕੋਈ ਖਾਸ ਹੁਕਮ ਹੋਵੇ ਤੇ ਸਾਨੂੰ ਹੁਕਮ ਕਰੋ, ਆਦੇਸ਼ ਕਰੋ,
ਅਸੀਂ ਕੋਈ ਖਾਸ ਪ੍ਰਬੰਧ ਕਰਦੇ ਹਾਂ, ਅਖੀਰ ਉਹ ਹਿੰਦੁਸਤਾਨ ਦਾ ਬਾਦਸ਼ਾਹ ਹੈ। ਸਤਿਗੁਰੂ ਨੇ ਆਖਿਆ ਨਹੀਂ, ਇਹ ਪਾੜੇ ਕਦੇ ਮਿਟੇ ਨਹੀਂ ਸੀ, ਅੱਜ ਮਿਟਾਏ ਜਾਣਗੇ। ਉਹਦੇ ਵਾਸਤੇ ਵੀ ਉਹੀ ਹੁਕਮ ਹੈ ਜੋ ਆਮ ਸੰਗਤ ਵਾਸਤੇ। ਪਹਿਲਾਂ ਉਹ ਪੰਗਤ 'ਚ ਬਹਿ ਕੇ ਪ੍ਰਸ਼ਾਦ ਛਕੇਗਾ ਤਾਂ ਸਾਨੂੰ ਮਿਲ ਸਕਦਾ। ਕੋਈ ਖਾਸ ਮਰਿਆਦਾ, ਕੋਈ ਖਾਸ ਮਾਣ ਸਨਮਾਨ। ਆਖਿਆ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਕੋਈ ਪਾਰਟੀ ਵੇਖਣ ਨਹੀਂ। ਖਿਮਾ ਕਰਨਾ, ਅਸੀਂ ਤੇ ਗੁਰਦੁਆਰੇ ਵੀ ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਹੋਵੇ ਨਾ, ਤੇ ਕਈ ਵਾਰ ਇਸੇ ਕਰਕੇ ਨਹੀਂ ਹੁੰਦੇ ਵੀ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨਵਾਈਟ ਨਹੀਂ ਕੀਤਾ। ਸੋਚਣਾ ਜਰਾ, ਇਹ ਪਾੜੇ ਜਿਹੜੇ ਨੇ ਲਗਾਤਾਰ ਇਸੇ ਕਰਕੇ ਵਧਦੇ ਜਾ ਰਹੇ ਨੇ। ਸਤਿਗੁਰੂ ਦੇ ਧਰਮ ਨੂੰ, ਜੇ ਗੁਰੂ ਨਾਨਕ ਮਹਾਰਾਜ ਦੀ ਸੋਚ ਨੂੰ ਜੇ ਸਿੱਖਾਂ ਨੇ 50% ਵੀ ਇੰਪਲੀਮੈਂਟ ਕੀਤਾ ਹੁੰਦਾ, ਤੇ ਖਿਆਲ ਕਰਨਾ ਜਿਹੜੇ ਹਾਲਾਤ ਵਿੱਚ ਅਸੀਂ ਜੀ ਰਹੇ ਹਾਂ ਨਾ, ਇਹ ਸਾਡੀ ਹਾਲਤ ਬਣਨੀ ਨਹੀਂ ਸੀ। ਸਾਡੀ ਹਾਲਤ ਨਹੀਂ ਸੀ ਬਣਨੀ। ਪਰ ਸਾਡੀ ਬਦਕਿਸਮਤੀ ਹੈ ਵੀ ਗੁਰੂ ਨਾਨਕ ਮਹਾਰਾਜ ਦੀ ਸੋਚ ਨੂੰ ਅਸੀਂ ਇੰਪਲੀਮੈਂਟ ਨਹੀਂ ਕਰ ਪਾਏ। ਉਹੀ ਗੁਰੂ ਨਾਨਕ ਮਹਾਰਾਜ ਜਿਹੜੇ ਉਸ ਡੂਮ ਤੇ ਮਰਾਸੀ ਕਹਿ ਜਾਣ ਵਾਲੇ ਭਾਈ ਮਰਦਾਨੇ ਨੂੰ ਭਾਈ ਕਹਿ ਕੇ ਆਪਣੇ ਗਲ ਨਾਲ ਲਾਉਂਦੇ ਨੇ ਤੇ ਕਹਿੰਦੇ ਨੇ ਤੇਰੇ 'ਚ ਤੇ ਮੇਰੇ 'ਚ ਕੋਈ ਫਰਕ ਨਹੀਂ ਹੈਗਾ। ਅਸੀਂ ਗੁਰੂ ਨਾਨਕ ਦੀ ਸੋਚ ਨੂੰ ਇੰਪਲੀਮੈਂਟ ਨਹੀਂ ਕਰ ਪਾਏ। ਫਿਰ ਅਸੀਂ ਕਹਿੰਦੇ ਹਾਂ ਵੇਖੋ ਜੀ, ਧਰਮ ਦਾ ਬੜਾ ਨੁਕਸਾਨ ਹੋ ਗਿਆ, ਸਿੱਖੀ ਦਾ ਬੜਾ। ਕਿੰਨੇ ਕੀਤਾ ਜੀ ਨੁਕਸਾਨ? ਕੋਈ ਬਾਹਰੋਂ ਏਜੰਸੀਆਂ ਆਣ ਕੇ ਕਰਦੀਆਂ ਨੇ? ਅਸੀਂ ਖੁਦ ਹੀ ਕਰਦੇ ਹਾਂ। ਠੀਕ ਹੈ, ਜਿੰਨਾ ਰੋਲ ਉਹ ਅਦਾ ਕਰ ਰਹੇ ਨੇ ਉਹ ਆਪਣੀ ਜਗ੍ਹਾ ਕਰ ਰਹੇ ਨੇ। ਪਰ ਜੇ ਮੈਂ ਨਿੱਕੀ ਨਿੱਕੀ ਗੱਲ ਵੀ ਏਜੰਸੀਆਂ ਦੇ ਮੱਥੇ ਮੜਾਂ ਵੀ ਜੇ ਮੇਰਾ ਪੁੱਤ ਘਰ 'ਚ ਬਾਣੀ ਨਹੀਂ ਪੜ੍ਹਦਾ ਤੇ ਏਜੰਸੀਆਂ ਦਾ ਕਸੂਰ ਹੈ। ਜੇ ਮੈਂ ਆਪਣੇ ਪਰਿਵਾਰ 'ਚ ਫਤਿਹ ਸਾਂਝੀ ਨਹੀਂ ਕਰਦਾ ਤੇ ਏਜੰਸੀਆਂ ਦਾ ਕਸੂਰ ਹੈ। ਜੇ ਮੈਂ ਆਪਣੇ ਬੱਚਿਆਂ ਨਾਲ ਪੰਜਾਬੀ ਭਾਸ਼ਾ 'ਚ ਗੱਲ ਨਹੀਂ ਕਰਦਾ ਤੇ ਏਜੰਸੀਆਂ ਦਾ ਕਸੂਰ ਹੈ। ਮੇਰਾ ਆਪਣਾ ਕਸੂਰ ਹੈ। ਆਪਣੀ ਗਲਤੀ ਨੂੰ ਮੰਨਣਾ ਸਿੱਖੀਏ ਕਿ ਅਸੀਂ ਚਾਹੁੰਦੇ ਨਹੀਂ ਹੈਗੇ ਇਹ ਸਾਰਾ ਕੁਝ ਕਰਨਾ। ਨਾ ਅਸੀਂ ਇਤਿਹਾਸ ਪੜ੍ਹਨਾ ਚਾਹੁੰਦੇ ਹਾਂ, ਨਾ ਅਸੀਂ ਬਾਣੀ ਪੜ੍ਹਨਾ ਚਾਹੁੰਦੇ ਹਾਂ, ਨਾ ਅਸੀਂ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰਨਾ ਚਾਹੁੰਦੇ ਹਾਂ, ਨਾ ਅਸੀਂ ਆਪਣੀ ਭਾਸ਼ਾ ਤੇ ਆਪਣੇ ਪਹਿਰਾਵੇ ਦੀ ਗੱਲ। ਇਹ ਸਾਡਾ ਏਜੰਸੀਆਂ ਦਾ ਕਸੂਰ ਨਹੀਂ ਹੈਗਾ। ਮੰਨੀਏ, ਮਤਾ ਕਿਸੇ ਦੂਜੇ ਦੇ ਮੱਥੇ ਤੇ ਦੋਸ਼ ਮੜੀਏ, ਆਪਣੀ ਗਲਤੀ ਮੰਨੀਏ ਕਿ ਅਸੀਂ ਕਰਨਾ ਨਹੀਂ ਚਾਹੁੰਦੇ, ਅਸੀਂ ਪੜ੍ਹਨਾ ਨਹੀਂ ਚਾਹੁੰਦੇ, ਅਸੀਂ ਸਮਝਣਾ ਨਹੀਂ ਚਾਹੁੰਦੇ। ਸਾਨੂੰ ਕਿੰਨੇ ਇਹ ਗੱਲ ਆਣ ਕੇ ਸਿਖਾਈ? ਕਿਸੇ ਏਜੰਸੀ ਨੇ ਸਿਖਾਈ ਕਿ ਦੂਜੇ ਨੂੰ ਫਤਿਹ ਬੁਲਾਉਣ ਤੋਂ ਪਹਿਲਾਂ ਉਹਦੀ ਬਰਾਦਰੀ ਪੁੱਛੋ, ਉਹਦੀ ਜਥੇਬੰਦੀ ਪੁੱਛੋ। ਜੇ ਤੇ ਉਹ ਨਾਮਧਾਰੀ ਆ, ਰਾਧਾ ਸਵਾਮੀ ਹੈ, ਉਹਨੂੰ ਫਤਿਹ ਨਹੀਂ ਬੁਲਾਉਣੀ। ਕਿੰਨੇ ਸਿਖਾਈ ਸਾਨੂੰ ਇਹ ਗੱਲ? ਐਡੇ ਬੀਬੇ ਬੱਚੇ ਨਹੀਂ ਹੈਗੇ ਅਸੀਂ ਵੀ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ। ਬੜੇ ਚਲਾਕ ਤੇ ਬੜੇ ਚੁਸਤ ਬਣਦੇ ਅਸੀਂ ਆਪਣੇ ਆਪ ਦੇ ਵਿੱਚ। ਇਹ ਸਟੰਟ ਬਾਜ਼ੀਆਂ ਧਰਮ ਦੇ ਖੇਤਰ ਵਿੱਚ ਚੱਲਦੀਆਂ ਨਹੀਂ ਹੈਗੀਆਂ। ਖਿਆਲ ਕਰਨਾ, ਇਹ ਨਹੀਂ ਚੱਲਣਗੀਆਂ ਇੱਥੇ। ਜਿਨ੍ਹਾਂ ਦੇ ਚੱਲਦੀਆਂ ਨੇ ਉਹਨਾਂ ਨੂੰ ਮੁਬਾਰਕ ਹੋਣ, ਪਰ ਘੱਟੋ ਘੱਟ ਸਿੱਖੀ 'ਚ ਸਟੰਟ ਬਾਜ਼ੀਆਂ ਨਹੀਂ ਚੱਲਣੀਆਂ ਵੀ ਇੱਥੇ ਦੋਸ਼ ਮੇਰਾ ਹੋਵੇ, ਕਸੂਰ ਮੇਰਾ ਹੋਵੇ ਤੇ ਮੈਂ ਦੂਜੇ ਦੇ ਮੱਥੇ ਤੇ ਲੇਬਲ ਲਾ ਕੇ ਚਮਕਾ ਕੇ ਆਖਾਂ। ਇਹ ਕਰਾ ਰਹੇ ਨੇ ਸਾਰਾ ਕੁਝ। ਜੇ ਘਰ 'ਚ ਮੈਂ ਆਪਣੇ ਬੱਚਿਆਂ ਦੇ ਸਾਹਮਣੇ ਸ਼ਰਾਬ ਪੀਣਾ ਤੇ ਮੇਰਾ ਆਪਣਾ ਕਸੂਰ ਹੈ। ਕੋਈ ਮੇਰੇ ਅੱਗੇ ਬੋਤਲ ਆਣ ਕੇ ਰੱਖ ਕੇ ਨਹੀਂ ਜਾਂਦਾ। ਮੈਨੂੰ ਸਮਝਣ ਦੀ ਲੋੜ ਹੈ। ਸਤਿਗੁਰੂ ਇਸੇ ਨੂੰ ਕਹਿੰਦੇ ਨੇ, ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆਂ। ਤੇਰੇ 'ਚ ਹੀ ਪ੍ਰੋਬਲਮ ਹੈ ਸਾਰੀ। ਤੂੰ ਕਸੂਰਵਾਰ ਹੈ, ਆਪਣੀ ਗਲਤੀ ਐਕਸੈਪਟ ਕਰਨੀ ਸਿੱਖ। ਸਤਿਗੁਰੂ ਨੇ ਇਹ 52 ਬਾਤਾਂ ਜਿਹੜੀਆਂ ਸਾਨੂੰ ਸਮਝਾਈਆਂ ਨੇ ਨਾ, ਬਾਣੀ ਨੂੰ ਪੜ੍ਹ ਲੈਣਾ, ਇਤਿਹਾਸ ਨੂੰ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਾਲੀ ਚੀਜ਼ ਹੈ। ਖਿਆਲ ਕਰਨਾ, ਇਹਦੇ ਨਾਲ ਕੌਮੀਅਤ ਨੂੰ ਤੇ ਤੁਹਾਡੇ ਆਪਣੇ ਜੀਵਨ ਨੂੰ ਬਹੁਤ ਵੱਡਾ ਲਾਭ ਹੋਏਗਾ ਜੇ ਅਸੀਂ ਘਰਾਂ ਵਿੱਚ ਬਹਿ ਕੇ ਕਰਮ ਕਰਨਾ ਸ਼ੁਰੂ ਕਰੀਏ। ਤੇ ਜੇ ਸਿੱਖੀ ਹੁਣ ਤੱਕ ਇੰਨਾ ਲੰਮਾ ਸਫ਼ਰ ਕਰਕੇ ਗੁਰੂ ਨਾਨਕ ਸਾਹਿਬ ਤੋਂ ਤੇ 18ਵੀਂ ਸਦੀ ਦਾ ਇਤਿਹਾਸ ਪੜ੍ਹ ਕੇ ਵੇਖੋ, ਘੱਲੂ ਘਾਰਿਆਂ ਵਿੱਚ ਜੇ ਸਿੱਖੀ ਬਚਦੀ ਰਹੀ ਹੈ ਨਾ, ਤੇ ਇਸੇ ਕਰਕੇ ਬਚਦੀ ਰਹੀ ਹੈ। ਉਹ ਬਾਣੀ ਆਪ ਪੜ੍ਹਦੇ ਸਨ, ਭਾਵੇਂ ਕਿ ਉਹਨਾਂ ਕੋਲ ਘਰ ਨਹੀਂ ਸੀ, ਘਰੋਂ ਬੇਘਰ ਹੋ ਗਏ, 100 ਸਾਲ ਜੰਗਲਾਂ ਦੇ ਵਿੱਚ ਰਹੇ। ਉਹਨਾਂ ਨੇ ਛੱਪੜਾਂ ਦਾ ਪਾਣੀ ਪੀ ਕੇ ਗੁਜ਼ਾਰਾ ਕੀਤਾ। ਉਹਨਾਂ ਨੇ ਦਰਖਤਾਂ ਦੇ ਪੱਤੇ ਭਰੂ ਕੇ ਖਾਧੇ। ਸਿਰ ਤੇ ਛੱਤ ਨਹੀਂ ਸੀ, ਉਹਨਾਂ ਕੋਲ ਆਪਣਾ ਘਰ ਨਹੀਂ, ਢਾਲ 'ਚ ਹੀ ਪਕਾ ਕੇ ਤੇ ਢਾਲ 'ਚ ਹੀ ਛਕ ਲੈਂਦੇ ਸਨ। ਕੋਈ ਬਹੁਤੀਆਂ ਸੁੱਖ ਸੁਵਿਧਾਵਾਂ ਨਹੀਂ ਸੀ, ਪਰ ਫਿਰ ਵੀ ਸਿੱਖੀ ਜੇ ਬਚਦੀ ਰਹੀ ਹੈ ਨਾ, ਤੇ ਉਹਨਾਂ ਦੀ ਸਪਿਰਿਟ ਸੀ। ਬਸ ਜਿਹੜੇ ਜਜ਼ਬੇ ਨੇ ਨਾ, ਜਜ਼ਬੇ ਇਹ ਕਦੇ ਨਹੀਂ ਮਰਦੇ। ਜਜ਼ਬੇ ਨਾ ਅਨਪੜ੍ਹ ਹੁੰਦੇ ਨੇ ਤੇ ਨਾ ਕਦੇ ਮਰਦੇ ਨੇ। ਜਜ਼ਬੇ ਅਨਪੜ੍ਹ ਬੰਦਿਆਂ ਦੇ ਅੰਦਰ ਵੀ ਉਵੇਂ ਹੋਣਗੇ ਜਿਵੇਂ ਪੜ੍ਹੇ ਲਿਖਿਆਂ ਬੰਦਿਆਂ 'ਚ ਹੋਣਗੇ। ਆਪਣੇ ਅੰਦਰ ਦੇ ਜਜ਼ਬਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰੀਏ, ਬਾਣੀ ਨੂੰ ਪੜ੍ਹਨ ਦੀ, ਬਾਣੀ ਦੇ ਲੜ ਲੱਗਣ ਦੀ ਕੋਸ਼ਿਸ਼ ਕਰੀਏ, ਨਹੀਂ ਤਾਂ ਸਾਡੇ ਜੀਵਨ ਦਾ ਭਲਾ ਨਹੀਂ ਹੋ ਸਕਦਾ। ਇਹ ਠੀਕ ਹੈ ਵੀ ਉਹਨਾਂ ਸਮਿਆਂ ਦੇ ਵਿੱਚ ਗੁਰਦੁਆਰੇ ਕੱਚੇ ਸਨ ਤੇ ਸਿੱਖ ਬੜੇ ਈਮਾਨ ਦੇ ਪੱਕੇ ਸਨ। ਸਾਨੂੰ ਪੱਕੀਆਂ ਇੱਟਾਂ ਕੀ ਲੱਭ ਗਈਆਂ। ਅਸੀਂ ਕੱਲੀ ਕੱਲੀ ਇੱਟ ਦੇ ਉੱਤੇ ਠੱਪਾ ਲਾ ਲਿਆ ਵੀ ਇਹ ਲੋਹਾਰ ਦੀ ਇੱਟ ਹੈ, ਇਹ ਭਾਪੇ ਦੀ ਇੱਟ ਹੈ, ਇਹ ਜੱਟ ਦੀ ਇੱਟ ਹੈ, ਇਹ ਰਾਮਗੜੀਆਂ ਦੀ ਇੱਟ ਹੈ। ਤੇ ਪੱਕੀਆਂ ਇੱਟਾਂ ਚਿਣ ਚਿਣ ਕੇ ਜਿਹੜਾ ਅਸੀਂ ਗੁਰਦੁਆਰਾ ਬਣਾਇਆ ਨਾ, ਉਹ ਗੁਰੂ ਦਾ ਨਹੀਂ ਬਣਿਆ। ਉਹ ਜਾਂ ਭਾਪਿਆਂ ਦਾ ਗੁਰਦੁਆਰਾ ਬਣਿਆ, ਜਾਂ ਜੱਟਾਂ ਦਾ ਗੁਰਦੁਆਰਾ ਬਣਿਆ, ਜਾਂ ਰਾਮਗੜੀਆਂ ਦਾ ਗੁਰਦੁਆਰਾ ਬਣਿਆ। ਗੁਰੂ ਦਾ ਤੇ ਗੁਰਦੁਆਰਾ ਕੋਈ ਨਹੀਂ ਹੈਗਾ, ਗੁਰੂ ਦਾ ਨਹੀਂ ਹੈਗਾ। ਆਪਣੀ ਸੋਚ ਬਦਲੀਏ। ਸਿੱਖੀ ਦਾ ਨੁਕਸਾਨ ਜਿੰਨਾ ਅਸੀਂ ਕਰਦੇ ਹਾਂ ਨਾ, ਅਸੀਂ ਰੇਸਿਸਟ ਬਣ ਕੇ, ਉਹਨਾਂ ਹੋਰ ਕੋਈ ਨਹੀਂ ਕਰਦਾ। ਫਲਾਣਿਆ ਤੂੰ ਗੁਰਦੁਆਰੇ ਨਹੀਂ ਆ ਸਕਦਾ,
तू ताबिया नहीं बह सकदा, तेरी बरादरी नीवीं है, तू चौथे पौड़े वालियां दे विचों है। गुरु नानक इन्हां विचों, गुरु नानक ने ते डिगदियां ढेंडियां नूं अपने गल नाल लाया। उन्हां दी अखां चों पानी आख्या बाबा सानू किसी ने बंदा ही नहीं समझिया अज तक, पहली वार तू मिलिया जिन्हें सानू भाई कह के संबोधन किया। असीं जदों गाउने आ ते लोग आश आश कर उठदे ने, लोग कहंदे ने बा कमाल आवाज़ है इहदी, ते जदों गाउण तो बाद असीं लोकां दे कोल हो के बहण लगदे आ ना, लोग कहंदे पासे होवे, भावें गाउंदा बहुत सोहना पर है ते मरासी है ना, सानू कोई बंदा नहीं सी समझदा। सानू लगदा सी भी जिवें रब ने सानू पैदा करके बड़ी वड्डी गलती ते गुनाह कीता होवे, पर तू अज पहली बार भाई आख्या जीवन दे दुख तोड़ के रख। सानू लगा भी असीं भी बंदे हैं, असीं मनुख हां, ते असीं किन्हां विचों आ जी? असीं किन्हां विचों? साडे साडे मजहब दे अंदर बांह फड़ के ते गल नाल लाउण वालियां दी गिनती घट है, ते धक्के दे के धर्म स्थानां चों कढण वालियां दी गिनती वध है। असीं डिगदे बंदे नूं कामयाब बनाउण वास्ते बांह फड़ के तोड़ना नहीं चाहुंदे, कामयाब बंदे दी लत्त फड़ के ते पछां खिੱਚਦੇ आ भी ये बंदा सक्सैसफुल नहीं होना चाहिए अपनी लाइफ दे विच, ये कामयाब नहीं होना चाहिए, इनू पछां खिੱਚੋ। जे गां चल गया तो मेरा की बनेगा, मेरी ईगो हर्ट होएगी, मेरी परसनैलिटी का की बने, मेरी इमेज ते स्टेटस का की बनेगा। सतगुरु सच्चे पातशाह महाराज ये सारियां बातां साझियां करदियां कि कहणगे इस कुदरत विच चंगे लोग भी मिलणगे, इस कुदरत विच माड़े लोग भी मिलणगे, डिपेंड तेरे ते करदा तू की जीना चाहुंदा। जपजी साहिब दीयां दोवें पौड़ियां पढ़ो। पहली च महाराज ने की आख्या, असंख जप असंख भाओ, असंख पूजा असंख तप ताओ। इहदे विच महाराज ने तमाम धर्म कर्म करने वालियां दी गल कीती भी इत्थे चंगे लोग ने, जप तप सब कुछ करदे ने। अगली पौड़ी च की आख्या, असंख मूर्ख अंध घोर, असंख चोर हराम खोर, असंख अमर कर जाहे चोर। बदकार भी हैगे ने, यानी कि सुनहरी होए इवें दे लोग भी मिलणगे धर्म कर्म करने वाले, ते माड़े ते बद भगत लोग भी मिलणगे। हुण जे तू ये आखे भी इन्हां सारे चोरां नूं संसार चों बाहर कढो ते मैं तां जीना इत्थे, इदां नहीं होना। तेरी मर्जी का संसार तेरी चॉइस मुताबिक नहीं मिलेगा भी तू आखे भी इत्थे चोर ने, बेईमान, ठग ते लटेरे ते मैं नहीं जीना, तेरी मर्जी, पर जीना तेनू इत्थे पएगा। इसे कुदरत विच जम के पल के साह लैके ते धर्मी भी बने ने, इसे कुदरत विच जम के पल के साह लैके पापी भी बने ने। तेरे ते डिपेंड करदा तू की बनना चाहुंदा, चोर बनना चाहुंदा कि धार्मिक बनना चाहुंदा। गुरु नानक महाराज भी इत्थे पैदा होए ने ते बाबर भी इत्थे पैदा होया, गुरु गोबिंद सिंह महाराज, गुरु तेग बहादुर भी इत्थे पैदा होए ने ते औरंगजेब वर्गे भी इत्थे पैदा होए ने। मर्जी तेरी तू की बनना, समय नूं दोष ना दे। असीं भी समय नूं दोष ना दईए भी वेखो जी कलयुग दा जमाना, ਜਿਹੜੇ धार्मिक ने उन्हां वास्ते कलयुग नहीं हैगा, ਸਾਡੇ वास्ते ਜ਼ਿਆਦਾ कलयुग है। भी ਅਸੀਂ धर्म ਦਾ ਕਰਮ ਕਰਨਾ ਹੋਵੇ ਤੇ कलयुग ਸਾਡੇ ਆੜੇ ਆਣ ਕੇ ਖਲੋ ਜਾਂਦਾ। ਬਾਣੀ ਪੜੋ ਜੀ, कलयुग ਦਾ ਜ਼ਮਾਨਾ, ਚੌਰ ਕਰੋ ਜੀ, कलयुग ਦਾ ਜ਼ਮਾਨਾ, ਸਿੱਖੀ ਸਰੂਪ ਵਿੱਚ ਆਓ ਜੀ, कलयुग ਦਾ ਜ਼ਮਾਨਾ। यानी कि हर चीज़ असीं कलयुग के मत्थे ते वढ़ना चाहुंदे हां। वैसे असीं कहने आ गुरु बड़ा महान है, तो जे गुरु महान है तो कलयुग की पेश चलती किवें गुरु दे अगे? साडे लई कलयुग के मायने होर ने, गुरु दे लई कलयुग के मायने। साडे लई कलयुग की है, मैं बाणी नहीं पढ़ सकता क्योंकि कलयुग है, मैं गुरु के नेड़े नहीं जा सकता क्योंकि कलयुग है। तो गुरु अर्जन साहब ने आख्या कलयुग हुंदा ही उदों है जदों गुरु के नेड़े ना जाइए, एक घड़ी ना मिलते तां कलयुग उत्था। फर्क है ना व्याख्या दे विच, दोवां दी व्याख्या दे विच फर्क है, जमीन आसमान दा अंतर है। तो बाबा कबीर साहब ने इत्थे की आख्या, उन्हां आख्या कबीर माया डोलनी पवन झकोलन हार। सवास जिहड़े ने ओह मधाणी है, संसार दी चाटी दे विच मधाणी दे नाल, सवासां दी मधाणी नाल जिन्हां ने कुदरत दे मक्खण नूं रिड़किया, उन्हां ने उच्चे आचरण दा, नेक अमलां दा मक्खण खाधा। ते बाकी संसार की करदा? वो लस्सी पी रहा, वो ईरखा दे विच जी जांदा, क्रोध विच, नफरत विच, द्वेष भावना च, उहदे पल्ले यही पिया। कुदरत ने उन्होंने बड़ा कीमती ते नायाब जीवन बख्शिश कीता सी, पर उन्हें कदर ही नहीं समझी। वो मानो जिहड़े विकार वो हंडा रहा ना, जिहड़े उगणा चो जी रहा, मानो लस्सी पी रहा। दूजे श्लोक विच उन्होंने की आख्या, आख्या कबीर माया डोलनी पवन वह हिवतार, जिन बिलोया तिन खाया अवर बिलोवन हार। वैसे बाबा कबीर साहब का बड़ा कीमती श्लोक है, भगतां दी बाणी विच, गौड़ी राग विच। इस श्लोक विच उन्होंने गल की, कहने लगे ऐसो अचरज देखियो कबीर, दद के भोले बिरोले नीर। बहुता संसार की करदा, उन्हें आख्या पानी च बधानी पा के बैठा होया।
ਇੱਕ ਤਾਂ ਨਾ ਵੀ ਦਹੀਂ 'ਚ ਮਧਾਣੀ ਪਾਈ ਤੇ ਆਪਾਂ ਸੋਚਦੇ ਹਾਂ ਵੀ ਇਹ ਮੱਖਣ ਕੱਢੇਗਾ 10-15 ਮਿੰਟਾਂ ਬਾਅਦ, ਤੇ ਜਿਹੜਾ ਬੰਦਾ ਪਾਣੀ 'ਚ ਮਧਾਣੀ ਪਾ ਕੇ ਬੈਠਾ, ਤੁਸੀਂ ਕੀ ਕਿਆਸ ਕਰਦੇ ਹੋ ਵੀ ਕੀ ਕੱਢੇਗਾ? ਉੱਥੇ ਕੱਖ ਨਹੀਂ ਨਿਕਲਣਾ। ਜਿੰਨਾ ਮਰਜ਼ੀ ਲੱਗਾ, 10 ਸਾਲ ਲੱਗਾ ਰਵੇ, 10 ਮਿੰਟਾਂ ਕੱਖ ਨਹੀਂ ਨਿਕਲਣਾ ਉਹਦੇ ਵਿੱਚ। ਪਰ ਪਤਾ ਨਹੀਂ ਸਦੀਆਂ ਦੇ ਪ੍ਰਚਾਰ ਨੇ ਸਾਡੇ ਕੰਨ 'ਚ ਗੱਲ ਪਾਤੀ ਵੀ ਅਸੀਂ ਇਸ ਇਦਾਂ ਦੇ ਬਣ ਗਏ ਹਾਂ ਵੀ ਸਾਨੂੰ ਕਿਸੇ ਨੇ ਆਖਿਆ ਵੀ ਤਗੜਾ ਹੋ, ਮਿਹਨਤ ਕਰ। ਅਗਲਿਆਂ ਨੇ ਸਮੁੰਦਰ ਰਿੜਕਿਆ ਤੇ 14 ਰਤਨ ਕੱਢੇ ਸਨ। ਪੜ੍ਹਦੇ ਆ ਨਾ ਸਟੋਰੀ ਅਸੀਂ ਵੀ ਦੇਵਤਿਆਂ ਨੇ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਤੇ 14 ਰਤਨ ਕੱਢੇ ਸਨ। ਤੇ ਸਾਨੂੰ ਕਿਸੇ ਨੇ ਆਖਿਆ ਹੋਵੇ ਵੀ ਜੇ ਉਹ ਪਾਣੀ ਰਿੜਕ ਕੇ, ਸਮੁੰਦਰ ਰਿੜਕ ਕੇ 14 ਰਤਨ ਕੱਢ ਸਕਦੇ ਨੇ, ਤੂੰ ਕਿਉਂ ਨਹੀਂ ਕੱਢ ਸਕਦਾ? ਤੂੰ ਵੀ ਪਾਣੀ ਰਿੜਕਣ ਦੀ ਕੋਸ਼ਿਸ਼ ਕਰ। ਤੇ ਉਹਨਾਂ ਨੇ ਬੜੀ ਅਜੀਬ ਜਿਹੀ ਸਟੋਰੀ ਘੜੀ ਵੀ ਸਮੁੰਦਰ ਰਿੜਕਿਆ ਗਿਆ, ਉਹਦੇ ਵਿੱਚੋਂ ਜ਼ਹਿਰ ਨਿਕਲਿਆ, ਉਹ ਸ਼ਿਵ ਜੀ ਨੂੰ ਦੇ ਦਿੱਤਾ ਪੀਣ ਵਾਸਤੇ। ਉਹਨਾਂ ਨੇ ਸ਼ਰਾਬ ਨਿਕਲੀ ਤੇ ਰਲ ਕੇ ਸਾਰਿਆਂ ਨੇ ਪੀਤੀ। ਤੇ ਜਦੋਂ ਮਸਲਾ ਅੰਮ੍ਰਿਤ ਦਾ ਆਇਆ ਤੇ ਉੱਥੇ ਲੜਾਈ ਪੈ ਗਈ, ਇਹ ਕਿਹਨੂੰ ਦਈਏ? ਤੇ ਉੱਥੇ ਫਿਰ ਆਣ ਕੇ ਦੇਵਤਿਆਂ ਨੇ ਬੇਈਮਾਨੀ ਕੀਤੀ। ਖਿਆਲ ਕਰਨਾ, ਸਾਨੂੰ ਬਾਅਦ ਚ ਪਤਾ ਲੱਗਾ ਵੀ ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਰਹੇ ਹਾਂ ਦੇਵਤੇ, ਸਮਝ ਕੇ ਤੇ ਬੇਈਮਾਨ ਨਿਕਲੇ। ਉਹ ਤੇ ਅੰਮ੍ਰਿਤ ਕਰਕੇ ਬੇਈਮਾਨੀ ਕਰਕੇ ਦੈਂਤਾਂ ਦੇ ਨਾਲ, ਦੈਂਤਾਂ ਦੇ ਕੋਲ ਅੰਮ੍ਰਿਤ ਚਲਾ ਗਿਆ ਤੇ ਅਮਰ ਹੋ ਜਾਣਗੇ। ਅੰਮ੍ਰਿਤ ਦੀ ਬੇਈਮਾਨੀ ਕਰੋ ਤੇ ਅੰਮ੍ਰਿਤ ਖੁਦ ਰੱਖੋ ਤੇ ਸ਼ਰਾਬ ਦੈਂਤਾਂ ਨੂੰ ਦਿਓ। ਹੁਣ ਚੀਟਿੰਗ ਨਹੀਂ ਸੀ ਵੀ ਅਗਲਿਆਂ ਨੇ ਜੇ ਬਰਾਬਰ ਦਾ ਜ਼ੋਰ ਲਾਇਆ ਤੇ ਉਹਨਾਂ ਦਾ ਵੀ ਤੇ ਹਿੱਸਾ ਬਣਦਾ ਨਾ ਅੱਧੋ ਅੱਧਾ। ਅੰਮ੍ਰਿਤ ਉਹਨਾਂ ਨੂੰ ਦਿਓ ਤੁਸੀਂ, ਉਹ ਨਹੀਂ ਦਿੱਤਾ। ਕਤਾਰਾਂ ਲਾ ਕੇ ਪੀ ਰਹੇ ਸਨ ਤੇ ਰਾਹੂ ਤੇ ਕੇਤੂ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਤੇ ਚੀਟਿੰਗ ਹੋ ਰਹੀ। ਅੰਮ੍ਰਿਤ ਤੇ ਉਹ ਲੈ ਗਏ ਸਾਰਾ, ਸਾਨੂੰ ਤੇ ਮਿਲਿਆ ਨਹੀਂ ਹੈਗਾ। ਉਹਨਾਂ ਨੇ ਫਿਰ ਰੌਲਾ ਪਾਇਆ ਤੇ ਉਹਨਾਂ ਨੂੰ ਦੇਵਤਿਆਂ ਨੇ ਸ਼ਰਾਪ ਦਿੱਤਾ ਤੇ ਉਹ ਇਵੇਂ ਦੇ ਬਣ ਗਏ। ਤੇ ਉਹ ਹੁਣ ਸਾਲ ਵਿੱਚ 2 ਵਾਰੀ ਜਾਂ ਸਾਲ ਵਿੱਚ 1 ਵਾਰੀ ਸੂਰਜ ਨੂੰ ਤੇ ਚੰਦਰਮਾ ਨੂੰ ਆਣ ਕੇ ਘੇਰਦੇ ਨੇ ਤੇ ਤਾਂ ਕਰਕੇ ਗ੍ਰਹਿਣ ਲੱਗਦਾ। ਹੁਣ ਇੰਟਰਸਟਿੰਗ ਬਹੁਤ ਹੈ ਕਹਾਣੀ ਇਹ, ਪਰ ਚ ਨਿਕਲਿਆ ਕੀ ਤੇ ਕਿਸੇ ਨੂੰ ਕੀ ਮਿਲਿਆ? ਕੱਖ ਨਹੀਂ ਮਿਲਿਆ। ਭੱਟ ਸਿੱਖਾਂ ਨੇ ਰਾਮਕਲੀ ਦੀ 3ਜੀ ਵਾਰ ਵਿੱਚ ਇੱਕ ਸ਼ਬਦ ਦਾ ਜ਼ਿਕਰ ਕੀਤਾ। ਉਹਨਾਂ ਆਖਿਆ ਦੇਵਤਿਆਂ ਤੇ ਦੈਂਤਾਂ ਨੇ ਵੀ ਸਮੁੰਦਰ ਰਿੜਕਿਆ ਤੇ ਸਮੁੰਦਰ ਗੁਰੂ ਅਮਰਦਾਸ ਮਹਾਰਾਜ ਨੇ ਵੀ ਰਿੜਕਿਆ। ਹੁਣ ਹੈਰਾਨੀ ਵਾਲੀ ਗੱਲ ਸੀ ਵੀ ਹੱਦ ਹੋ ਗਈ, ਪਹਿਲੀ ਗਾਥਾ ਸਮਾਪਤ ਨਹੀਂ ਹੋਈ ਤੇ ਨਵੀਂ ਗਾਥਾ ਸ਼ੁਰੂ ਹੋ ਗਈ। ਇਹ ਕਿਹੜਾ ਸਮੁੰਦਰ ਰਿੜਕਿਆ ਗੁਰੂ ਅਮਰਦਾਸ ਮਹਾਰਾਜ ਨੇ? ਤੇ ਭੱਟਾਂ ਨੇ, ਸਿੱਖਾਂ ਨੇ ਆਖਿਆ ਪੀਊ ਦਾਦੇ ਜੇਵਿਹਾ ਬੋਤਾ ਪੋਤਾ ਪ੍ਰਵਾਨ, ਜਿਨ ਬਾਸਕ ਨੇਤਰੇ ਘੱਤਿਆ ਕਰ ਨਹੀਂ ਤਾਣ, ਜਿਨ ਸਮੁੰਦ ਵਿਰੋਲਿਆ ਕਰ ਮੇਰ ਵਧਾਣ, 14 ਰਤਨ ਨਿਕਾਲਿਓਣ ਕੀ ਤੋਣ ਚਾਨਾਣ, ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ, ਕਲ ਵਿੱਚ ਧੂ ਅੰਧਾਰ ਸਾ ਚੜਿਆ ਰਹਿ ਭਾਣ, ਸਤੋਂ ਖੇਤ ਜਮਾਇਓ ਸਤੋਂ ਸ਼ਾਵਾਨ, ਨਿਤ ਰਸੋਈ ਤੇਰੀਏ ਕਿਉ ਮੈਦਾ ਖਾਣ। ਉਹਨਾਂ ਆਖਿਆ ਸਰੀਰ ਸਮੁੰਦਰ ਹੈ, ਸੁਰਤ ਮਧਾਣੀ ਹੈ ਤੇ ਮਨ ਨੇਤਰਾ, ਤੇ ਗੁਰੂ ਨੇ ਸਰੀਰ ਦੇ ਵਿੱਚੋਂ ਹੀ ਸਤ, ਸੰਤੋਖ, ਦਇਆ, ਧਰਮ, ਧੀਰਜ, ਸੇਵਾ, ਨੇਕੀ, ਪਰਉਪਕਾਰ, ਇਹ 14 ਰਤਨ ਕੱਢੇ ਨੇ, ਗੁਣਾਂ ਦੇ ਰਤਨ। ਜੀਵਨ ਦੇ ਜੀਵਨ ਆਪਣੇ ਆਪ ਨੂੰ ਰਿੜਕ ਲੈਣਾ। ਰਿੜਕਣ ਦਾ ਮਤਲਬ ਕੀ ਹੈ? ਐਨਾਲਾਈਸਿਸ ਕਰਨਾ, ਮੈਂ ਕਿੱਥੇ ਖਲੋਤਾ ਹੋਇਆ। ਇਹਨੂੰ ਆਖਿਆ ਨਾ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਇਸੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਜੇ ਮੈਨੂੰ ਇਹ ਨਹੀਂ ਪਤਾ ਮੈਂ ਕਿੱਥੇ ਖਲੋਤਾ ਹੋਇਆ ਤੇ ਭਰਮ ਖਤਮ ਨਹੀਂ ਹੋ ਸਕਦਾ। ਇਸੇ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਤੇ ਫਿਰ ਸਲੋਕ ਨੂੰ ਵਿਚਾਰੋ ਬਾਬਾ ਕਬੀਰ ਸਾਹਿਬ ਦੇ ਨੂੰ, ਜਿੱਥੇ ਉਹ ਕਹਿੰਦੇ ਨੇ ਕਬੀਰ ਸਾਕਤ ਤੇ ਸੂਕਰ ਭਲਾ। ਸਾਕਤ ਕੀ ਹੈ? ਰੱਬ ਨਾਲੋਂ ਟੁੱਟਾ ਹੋਇਆ ਬੰਦਾ, ਹਰ ਵੇਲੇ ਨਿੰਦਿਆ ਕਰਨੀ, ਚੁਗਲੀ ਕਰਨੀ, ਇਹ ਉਹਦੀ ਖੁਰਾਕ ਹੈ। ਗੰਦਗੀ ਨੂੰ ਇਕੱਠਾ ਕਰਨਾ। ਕਿਸੇ ਨੇ 100 ਗੱਲਾਂ ਕਹੀਆਂ, ਇੱਕ ਗਲਤ ਹੋਈ ਤੇ 99 ਸਹੀ ਨੇ, ਉਹਨੇ 99 ਨੂੰ ਸਹੀ ਨਹੀਂ ਕਹਿਣਾ, ਇੱਕ ਨੂੰ ਗਲਤ ਕਹਿਣਾ ਵੀ ਤੁਸੀਂ ਆਹ ਗੱਲ ਗਲਤ ਕਹੀ ਸੀ। ਇਹ ਕੀ ਹੈ? ਗੰਦਗੀ ਖਾਣਾ। ਕਿਸੇ ਦੇ ਜੀਵਨ ਦੇ ਗੁਣਾਂ ਨੂੰ ਇਗਨੋਰ ਕਰਕੇ ਔਗਣਾਂ ਵੱਲ ਧਿਆਨ ਦੇਣਾ, ਇਹ ਕੀ ਹੈ? ਗੰਦਗੀ ਖਾਣਾ। ਉਹਨਾਂ ਆਖਿਆ ਏਦਾਂ ਦੇ ਬੰਦੇ ਨਾਲੋਂ ਤਾਂ ਸੂਰ ਹੀ ਚੰਗਾ, ਘੱਟੋ ਘੱਟ ਪਿੰਡ ਦੀ ਸਫਾਈ ਤੇ ਕਰਦਾ। ਤੂੰ ਤੇ ਗੰਦਗੀ ਪਾ ਰਿਹਾ ਸਮਾਜ ਵਿੱਚ, ਤੇਰੀ ਦੇਣ ਕੀ ਹੈ ਸੰਸਾਰ ਨੂੰ? ਉਹ ਖਾਂਦਾ ਤੇ ਸਮਾਜ ਵਿੱਚੋਂ ਗੰਦਗੀ ਸਾਫ਼ ਹੋ ਰਹੀ ਹੈ, ਤੂੰ ਖਾਣਾ ਤੇ ਖਾਏ ਖਾਏ ਕਰੇ ਵੱਧ ਫੈਲੀ, ਜਾਣ ਵਿਸੂ ਕੀ ਵਾੜੀ ਜੀ। ਤੇਰੀ ਦੇਣ ਕੀ ਹੈ ਸਮਾਜ ਨੂੰ? ਇਸ ਕਰਕੇ ਉਹਨਾਂ ਆਖਿਆ ਕਬੀਰ ਸਾਕਤ ਤੇ ਸੂਕਰ ਭਲਾ ਰਾਖੇ ਆਛਾ ਗਾਉ। ਤੇਰੇ ਨਾਲੋਂ ਤਾਂ ਸੂਰ ਹੀ ਚੰਗਾ, ਤੇਰਾ ਵਿਹਾਰ ਹੀ ਚੰਗਾ ਨਹੀਂ ਹੈਗਾ। ਉਹ ਸਾਕਤ ਬਪਰਾ ਮਰ ਗਿਆ ਕੋਏ ਨਾ ਲਹਿ ਨਾਉ। ਮਾੜੇ ਅਮਲ ਕਰਨ ਵਾਲੇ, ਵੱਧ ਅਮਲ ਕਰਨ ਵਾਲੇ ਸੰਸਾਰ ਤੇ ਜਾਂਦੇ ਨੇ ਨਾ, ਉਹਨਾਂ ਦੀਆਂ ਕਬਰਾਂ ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਮਿਲਦਾ ਤੁਹਾਨੂੰ। ਔਰੰਗਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ ਤੇ ਇੱਕ ਭਿਖਾਰੀ ਉੱਥੋਂ ਮੰਗ ਕੇ ਲੋਕਾਂ ਦੇ ਕੋਲੋਂ ਠੂਠੇ ਦੇ ਵਿੱਚ ਤੇ ਮਸਾਂ ਹੀ ਉਹਦੀ ਕਬਰ ਤੇ ਦੀਵਾ ਜਗਾਉਣ ਜੋਗਾ ਤੇਲ ਇਕੱਠਾ ਕਰਦਾ। ਲੋਕ ਲਾਹਨਤ ਪਾ ਕੇ ਲੰਘਦੇ ਨੇ। ਇਹ ਉਹ ਬੰਦਾ ਸੀ ਜਿਹਨੇ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਚਿਣਨ ਵਾਸਤੇ ਮਜਬੂਰ ਕੀਤਾ। ਇਹ ਉਹ ਬੰਦਾ ਸੀ ਜਿਹਨੇ ਸਰਮਦ ਵਰਗੇ ਫਕੀਰ ਨੂੰ ਤੇ ਮਨਸੂਰ ਵਰਗਿਆਂ ਨੂੰ ਸੂਲੀ ਤੇ ਚਾੜ ਕੇ ਤੇ ਪੱਥਰ ਤੇ ਵੱਟੇ ਮਾਰਨ ਵਾਸਤੇ ਮਜਬੂਰ ਕੀਤਾ। ਇਹ ਉਹ ਬੰਦਾ ਸੀ
ਜਿਨੇ ਆਪਣੇ ਪਿਓ ਨੂੰ ਜਿੱਲਤ ਦੀ ਜ਼ਿੰਦਗੀ ਬਣਾਉਣ ਵਾਸਤੇ ਮਜਬੂਰ ਕੀਤਾ। ਇਸੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਕਲਗੀਧਰ ਮਹਾਰਾਜ ਨਾਲ ਕੀ ਕੁਝ ਨਹੀਂ ਕੀਤਾ, ਸੰਸਾਰ ਤੋਂ ਲੁਕਿਆ ਨਹੀਂ ਹੈਗਾ। ਭਾਵੇਂ ਕਿ ਧਰਮ ਕਰਮ ਬੜੇ ਕੀਤੇ ਸੀ ਉਹਨੇ। ਇਹਨੂੰ ਉਹਨਾਂ ਨੇ ਆਖਿਆ, ਕਬੀਰ ਸਾਕਤ ਬਪੁਰਾ ਮਰ ਗਿਆ, ਕੋਏ ਨਾ ਲਹੇ ਨਾਮ। ਅਮਲਾਂ ਕਰਕੇ ਲੋਕ ਚੇਤਾ ਕਰਦੇ ਨੇ, ਜੇ ਤੇਰੇ ਅਮਲ ਨੇਕ ਨੇ ਤੇ ਸੰਸਾਰ ਰਹਿੰਦੀ ਦੁਨੀਆ ਤੱਕ ਤੈਨੂੰ ਯਾਦ ਕਰੇਗਾ। ਸਤਿਗੁਰੂ ਕਿਰਪਾ ਕਰਨ, ਬਾਣੀ ਨੂੰ ਪੜ੍ਹ ਕੇ, ਗੁਰੂ ਸਾਹਿਬਾਨਾਂ ਦੀਆਂ ਪਾਈਆਂ ਪੈੜਾਂ 'ਚ ਪੈੜਾਂ ਪਾ ਕੇ ਜੀਵਨ ਨੂੰ ਇਸ ਕਦਰ ਜੀਏ, ਜੀਵਨ ਜੀਣ ਦਾ ਸਵਾਦ ਆ ਜਾਏ ਤੇ ਖਾਹਿਸ਼ ਮੁੱਕ ਜਾਏ, ਹੋਰ ਜੀਣ ਦੀ ਲਾਲਸਾ ਖਤਮ ਹੋ ਜਾਏ। ਸਤਿਗੁਰੂ ਕਿਰਪਾ ਕਰਨ, ਸਾਡਾ ਵਿਹਾਰ, ਸਾਡਾ ਅਮਲ, ਸਾਡਾ ਕਿਰਦਾਰ ਵੀ ਉੱਚਾ ਹੋ ਸਕੇ। ਪਾਵਨ ਬਾਣੀ ਦੀ ਵਿਚਾਰ ਦੀ ਸਾਂਝ ਕਰਦੇ ਹਾਂ।